ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਚਰਚਾ ਦੇ ਵਿੱਚ ਸਵਾਗਤ। ਸੰਨ 2024 ਦੇ ਵਿੱਚ ਲੋਕ ਸਭਾ ਇਲੈਕਸ਼ਨਸ ਹੋਣੀਆਂ ਨੇ ਭਾਰਤ ਦੇ ਵਿੱਚ, ਸੈਂਟਰ ਦੀਆਂ। ਸੋ ਸਭ ਦੀ ਨਿਗਾਹ ਉਹਦੇ ਉੱਤੇ ਲੱਗੀ ਹੋਈ ਹੈ। ਇਸ ਵੇਲੇ ਜੋ ਬਜਟ ਆਇਆ ਹੈ ਕੇਂਦਰ ਸਰਕਾਰ ਦਾ, ਉਹਦੇ ਵਿੱਚ ਵੀ ਇਹੀ ਗੱਲ ਕਹੀ ਗਈ ਕਿ ਇਸ ਬਜਟ ਦਾ ਪੂਰੀ ਦੁਨੀਆ ਦੇ ਉੱਤੇ ਅਸਰ ਪਏਗਾ। ਕਿਸ ਤਰ੍ਹਾਂ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਇਹ ਬਜਟ ਵੀ ਡਿਜ਼ਾਈਨ ਕੀਤਾ ਗਿਆ ਹੈ ਸੰਨ 2024 ਦੀਆਂ ਇਲੈਕਸ਼ਨਸ ਨੂੰ ਨਜ਼ਰ ਵਿੱਚ ਰੱਖ ਕੇ, ਕਿਉਂਕਿ ਭਾਰਤੀ ਜਨਤਾ ਪਾਰਟੀ ਹਰ ਤਰ੍ਹਾਂ ਦੀ ਸਟ੍ਰੈਟਜੀ ਅਪਣਾ ਰਹੀ ਹੈ ਕਿ 2024 ਦੀਆਂ ਇਲੈਕਸ਼ਨਸ ਮੁੜ ਤੋਂ ਜਿੱਤੀਆਂ ਜਾਣ ਤੇ ਰਿਪੀਟ ਹੋਇਆ ਜਾਵੇ, ਇੱਕ ਵਾਰ ਫਿਰ ਤੋਂ ਸਥਾਪਿਤ ਕੀਤਾ ਜਾਵੇ ਆਪਣੇ ਆਪ ਨੂੰ ਕੇਂਦਰ ਦੇ ਵਿੱਚ ਦੁਬਾਰਾ ਤੋਂ ਚੋਣਾਂ ਜਿੱਤ ਕੇ। ਸੋ ਨਾਲ ਆਪਾਂ ਦੂਸਰੀਆਂ ਰਿਪੋਰਟਸ ਦੀ ਵੀ ਗੱਲ ਕਰਾਂਗੇ। ਇੱਕ ਤੇ ਭਾਰਤ ਦੀ ਇਕੋਨਮੀ ਬਾਰੇ ਐਕਸਪਰਟਸ ਦੀ ਰਾਏ ਉਹ ਥੋੜ੍ਹੀ ਇਸ ਤਰ੍ਹਾਂ ਹੈ ਕਿ ਇਕੋਨਮੀ ਡਗਮਗਾਈ ਹੋਈ ਹੈ। ਵਾਇਰਸ 19 ਤੋਂ ਬਾਅਦ ਕਾਫੀ ਜ਼ਿਆਦਾ ਚਰਚਾ ਵਿੱਚ ਰਿਹਾ ਹੈ ਸਾਰੇ ਦੇਸ਼ਾਂ ਦਾ ਅਰਥਚਾਰਾ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਇਕੋਨਮੀ ਦਾ ਕੀ ਹਾਲ ਹੈ। ਲਾਈਕਵਾਈਜ਼ ਇੰਡੀਆ ਦੇ ਵਿੱਚ ਵੀ ਚਰਚਾ ਹੁੰਦੀ ਰਹੀ ਹੈ ਇਕੋਨਮੀ ਦੇ ਉੱਤੇ। ਹੁਣ ਥੋੜ੍ਹੇ ਦਿਨ ਪਹਿਲਾਂ ਅਸੀਂ ਇੱਕ ਰਿਪੋਰਟ ਦੇਖੀ ਹੈ ਜੋ BBC ਦੀ ਇੱਕ ਡਾਕੂਮੈਂਟਰੀ ਰਿਲੀਜ਼ ਹੋਈ, ਜਿਸ ਨੂੰ ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਗਿਆ ਹੈ ਕਿ ਇਹ ਡਾਕੂਮੈਂਟਰੀ ਕਿਤੇ ਨਾ ਕਿਤੇ ਸਾਡੀਆਂ ਭਾਵਨਾਵਾਂ ਨੂੰ ਚੋਟ ਪਹੁੰਚਾ ਸਕਦੀ ਆ। ਇਸ ਕਰਕੇ ਕਈਆਂ ਦੇ ਦਿਲਾਂ ਦੇ ਉੱਤੇ ਇਹਦਾ ਅਸਰ ਪੈ ਸਕਦਾ ਹੈ, ਸੱਟ ਵੱਜ ਸਕਦੀ ਹੈ। ਇਸ ਕਰਕੇ ਇਸ ਨੂੰ ਸਟਾਪ ਕਰ ਦਿੱਤਾ ਗਿਆ ਹੈ। ਪਰ ਇਹਦੇ ਵਿੱਚ ਵੀ ਕਾਫੀ ਕੁਝ ਕਿਹਾ ਗਿਆ ਹੈ ਕਿ BBC ਨੇ ਬਹੁਤ ਰਿਸਰਚ ਕਰਕੇ ਇਹ ਡਾਕੂਮੈਂਟਰੀ ਬਣਾਈ ਹੈ ਜੋ ਗੁਜਰਾਤ ਦੇ ਵਿੱਚ ਸੰਨ 2000 ਤੋਂ ਬਾਅਦ, ਔਰ ਅਸੀਂ ਜਾਣਦੇ ਹਾਂ ਕਿ ਥੋੜ੍ਹੇ ਸੈਂਸਿਟਿਵ ਹਾਲਾਤ ਰਹੇ ਨੇ, ਔਰ ਉਹਨਾਂ ਦੌਰਾਨ ਹੀ ਗੁਜਰਾਤ ਦੇ ਵਿੱਚ ਕੁਝ ਸਿਕਿਉਰਿਟੀਜ਼ ਨੂੰ, ਕੁਝ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ ਜੋ ਉਸ ਵਕਤ ਚਰਚਾ ਬਣੀ ਔਰ ਕੁਝ ਦੰਗਿਆਂ ਦੇ ਹਾਲਾਤ ਵੀ ਬਣੇ, ਉਹ ਸਭ ਦੀ ਉਹਦੇ ਵਿੱਚ ਕਾਰਗੁਜ਼ਾਰੀ ਦੱਸੀ ਗਈ ਹੈ ਡਾਕੂਮੈਂਟਰੀ ਦੇ ਵਿੱਚ, ਜੋ ਫਿਲਹਾਲ ਭਾਰਤ ਦੇ ਵਿੱਚ ਬੈਨ ਹੈ। ਥੋੜ੍ਹੇ ਦਿਨ ਪਹਿਲਾਂ ਹਿੰਡਨਬਰਗ ਦੀ ਰਿਪੋਰਟ ਜੋ ਅਡਾਨੀ ਗਰੁੱਪ ਦੇ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਹੈ, ਔਰ ਉਸ ਨੂੰ ਲੈ ਕੇ ਵੀ ਚਰਚਾ ਗਰਮ ਹੈ ਕਿ ਉਸ ਦਾ ਇੰਡੀਆ ਦੀ ਇਕੋਨਮੀ ਦੇ ਉੱਤੇ ਕੀ ਅਸਰ ਪੈਣ ਵਾਲਾ ਹੈ। ਕਿ ਜੇ ਅਡਾਨੀ ਗਰੁੱਪ ਦੀ ਇਕੋਨਮੀ, ਅਡਾਨੀ ਗਰੁੱਪ ਦੀ ਪਰਸਨਲ ਇਕੋਨਮੀ, ਉਹਨਾਂ ਦਾ ਬਿਜ਼ਨਸ ਸ਼ੇਅਰ ਉਹਨਾਂ ਦੇ ਕ੍ਰੈਸ਼ ਹੁੰਦੇ ਨੇ, ਤਾਂ ਫਿਰ ਕੀ ਹਾਲਤ ਬਣ ਸਕਦੀ ਹੈ ਇੰਡੀਅਨ ਇਕੋਨਮੀ ਦੀ। ਕਿਉਂਕਿ ਉਹਨਾਂ ਨੇ ਆਪਣਾ FPO ਵੀ ਵਾਪਸ ਲੈ ਲਿਆ ਔਰ ਉਹਨਾਂ ਦੇ ਸ਼ੇਅਰਸ ਵੀ ਆਲ ਟਾਈਮ ਡਾਊਨ ਜਾ ਰਹੇ ਨੇ, ਔਰ ਉਹ ਗਰੁੱਪ ਵੀ ਕਿਤੇ ਦੂਸਰੇ ਜਾਂ ਤੀਸਰੇ ਨੰਬਰ 'ਤੇ ਆਉਂਦਾ ਸੀ ਪੂਰੀ ਦੁਨੀਆ ਦੇ ਵਿੱਚ, ਇਸ ਵਕਤ ਕਹਿੰਦੇ ਨੇ 10ਵੇਂ ਤੋਂ ਵੀ ਥੱਲੇ ਚਲਾ ਗਿਆ ਹੈ। ਸੋ ਬਹੁਤ ਡਾਊਨ ਹੈ। ਸੋ ਉਹਨਾਂ ਦਾ ਜੇ ਟੈਕਸ ਕਲੈਕਸ਼ਨ ਦੇਖੀ ਜਾਵੇ, ਉਹਨਾਂ ਵੱਲੋਂ ਕਿੰਨੇ ਟੈਕਸ ਜਮ੍ਹਾਂ ਹੁੰਦੇ ਨੇ ਭਾਰਤ ਦੀ ਇਕੋਨਮੀ ਦੇ ਵਿੱਚ, ਭਾਰਤ ਨੂੰ ਕਿੰਨਾ ਇਨਕਮ ਟੈਕਸ ਦਿੰਦੇ ਨੇ, ਤਾਂ ਉਹ ਟੌਪ 10 ਤੋਂ ਵੀ ਥੱਲੇ ਨੇ। ਸੋ ਇਹ ਵੀ ਚਰਚਾ ਦਾ ਵਿਸ਼ਾ ਹੈ ਕਿ ਜੇ ਸਭ ਤੋਂ ਜ਼ਿਆਦਾ ਅਰਨਿੰਗ ਹੈ ਤਾਂ ਫਿਰ ਸਭ ਤੋਂ ਘੱਟ ਟੈਕਸ ਕਿਉਂ ਹੈ, ਜਿਹੜੇ ਟੌਪ 10 ਤੋਂ ਘੱਟ ਕਿਉਂ ਹੈ। ਮੀਨ ਟੂ ਸੇ ਕਿ ਸਭ ਤੋਂ ਘੱਟ ਇਹ ਜਿਹੜੇ ਟੌਪ 10 ਨੇ ਉਹਨਾਂ ਨੂੰ ਅਸੀਂ ਮੁੱਖ ਗਿਣਦੇ ਹਾਂ, ਜਿਹਦੇ 'ਚ ਟਾਟਾ ਕਾਫੀ ਅੱਗੇ ਰਹਿੰਦਾ, LIC ਵੀ ਰਹਿੰਦਾ, SBI ਵੀ ਰਹਿੰਦਾ। SBI ਤੇ LIC ਦੇ ਦੋਵਾਂ ਦੇ ਸ਼ੇਅਰਸ ਨੂੰ ਲੈ ਕੇ ਕਾਫੀ ਚਰਚਾ ਕਿ ਉਹਨਾਂ ਦਾ ਕਾਫੀ ਸਟੇਕ, ਕਾਫੀ ਪੈਸਾ ਲੱਗਾ ਹੋਇਆ ਹੈ ਅਡਾਨੀ ਗਰੁੱਪ ਦੇ ਵਿੱਚ। ਇਹ ਤਮਾਮ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਤਾਂ BBC ਦੀ ਡਾਕੂਮੈਂਟਰੀ ਔਰ ਹਿੰਡਨਬਰਗ ਦੀ ਰਿਪੋਰਟ, ਉਹਦਾ ਕੀ ਅਸਰ ਪਏਗਾ ਸੰਨ 2024 ਦੀਆਂ ਇਲੈਕਸ਼ਨਸ ਦੇ ਵਿੱਚ, ਤੇ ਇਹ ਜਿਹੜਾ ਨਵਾਂ ਬਜਟ ਹੈ ਉਹ ਕਿੰਨਾ ਕਵਰ ਅਪ ਕਰ ਪਾਏਗਾ ਇਹਨਾਂ ਦੋਵਾਂ ਚੀਜ਼ਾਂ ਨੂੰ, ਔਰ ਕਿੱਥੋਂ ਤੱਕ ਉਹ ਸੁਖਾਵੇਂ ਰਿਜ਼ਲਟਸ ਲੈ ਕੇ ਆ ਸਕਦਾ ਹੈ BJP ਵਾਸਤੇ ਜਿੱਥੋਂ ਤੱਕ ਸੰਨ 2024 ਦੀਆਂ ਇਲੈਕਸ਼ਨਸ ਦਾ ਸੰਬੰਧ ਹੈ। ਇਹ ਸਾਰੀਆਂ ਤਮਾਮ ਗੱਲਾਂ ਅਸੀਂ ਕਰਨੀਆਂ ਨੇ, ਔਰ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਸਤੀਸ਼ ਖੋਸਲਾ ਜੀ। ਵੈਲਕਮ ਟੂ ਪੰਜਾਬ ਚਰਚਾ ਸਤੀਸ਼ ਜੀ। ਥੈਂਕ ਯੂ ਸਰ। ਸੋ ਸਭ ਦੀ ਨਜ਼ਰ ਇਹ ਲੱਗੀ ਹੋਈ ਹੈ ਕਿ ਸੰਨ 2024 क्या मोदी साहब फिर तो प्राइम मिनिस्टर बनणगे भारत दे, BJP फिर तो आ सकती है सत्ता दे विच। ये तमाम गल्लां और स्ट्रैटेजी लैके चल रही है BJP, क्योंकि उन्होंने भी ये देखा है कैलकुलेशनस तो बाद कि बहुत सारे भारत दे विच ऐसे एरियाज़ ने जिथे उन्होंने स्ट्रैटेजी कमज़ोर है। इस करके काफ़ी मीटिंग्स भी चल रही ने और वॉलंटियर्स नूं नित नवीं इंस्ट्रक्शंस मिल रही ने, घरों घरी जाओ जाके पार्टी दे सारे जो कारगुजारी दियाँ और जो सारिया उन्होंने प्लैनिंग्स दियाँ गल्लां ने वो जाके उन्होंने शेयर करो कि की विजन रखती है BJP। सो व्हाट्स योर टेक कि तुहानूं लगता है कि BJP दे वास्ते पॉजिटिव वातावरण बन रहा है पूरे भारत दे विच 2024 ਦੀਆਂ इलैक्शनस दे लई? खन्ना साहब पहला तो बहुत बहुत धन्यवाद। तुसीं अज बड़ी मल्टीपल इशूज़ नूं लैके अज इस डिस्कशन नूं आपां शुरू करन लगे हां। जी जी पहला तुसीं बजट की गल की। जदों बजट तां किसी चीज़ का भी होवे, घर का बजट होवे, स्टेट का होवे, किसी ऑर्गेनाइजेशन होवे, ये हिंदुस्तान का बजट सीगा जिहड़ा एक आपां इहनूं कह दईए कन्फ्यूज्ड बजट है, ऑल टुगैदर कन्फ्यूज्ड।
ਇਹ ਕਿਸ ਤਰ੍ਹਾਂ ਆ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਗੱਲ ਕਰਾਂਗੇ। ਇਹਦੇ ਵਿੱਚ ਦੇਖੋ ਕਨਫਿਊਜ਼ਨ ਦੀ ਗੱਲ ਇੱਕ ਪੁਆਇੰਟ ਪਹਿਲਾਂ ਲੈਣੇ ਆ ਵੀ ਜਿਸ ਵੇਲੇ ਟੈਕਸਾਂ ਦੀ ਗੱਲ ਆਉਂਦੀ ਆ, ਤੇ ਕਾਰਪੋਰੇਟ ਟੈਕਸ ਜਿਹੜਾ ਆ 30% ਤੋਂ ਘਟਾ ਕੇ 22% ਕਰ ਦਿੱਤਾ। ਜਿਹੜਾ ਨਾਰਮਲ ਇਨਕਮ ਟੈਕਸ ਆ ਬੰਦੇ ਦਾ ਉਹਨੂੰ ਅੱਗੇ ਲਿਜਾ ਕੇ 30% ਲਾਸਟ ਸਲੈਬ ਜਿਹੜੀ ਆ ਉਹ ਕਰ ਦਿੱਤੀ। ਤੋਂ ਆਪਾਂ ਦੇਖਾਂਗੇ ਹਾਊ ਫਾਰ ਇਟਸ ਕਰੈਕਟ, ਹਾਊ ਇਟ ਅਫੈਕਟਸ ਦਾ ਇਲੈਕਸ਼ਨਸ। ਭਾਵੇਂ ਇਲੈਕਸ਼ਨ ਹੋਰ ਵੀ ਬਹੁਤ ਸਾਰੀਆਂ ਗੱਲਾਂ ਆ। ਜੇ ਬਜਟ ਦੇ ਬਾਰੇ ਪਹਿਲਾਂ ਆਪਾਂ ਕਰੀਏ, ਬਜਟ ਬੜਾ ਲੰਬਾ ਚੌੜਾ ਹੈ, ਬਜਟ ਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ। ਬਜਟ ਜੇ ਇੰਨਾ ਵਧੀਆ ਹੁੰਦਾ ਤਾਂ ਪ੍ਰਾਈਮ ਮਿਨਿਸਟਰ ਨੂੰ ਉਸੇ ਦਿਨ ਆਪਣੀ ਸਟੇਟਮੈਂਟ ਮੀਡੀਆ ਦੇ ਤੋਂ ਆਉਂਦੇ ਨਹੀਂ ਹੈਗੇ ਨੇੜੇ, ਉਹਨਾਂ ਨੂੰ ਆਪਣੀ ਸਟੇਟਮੈਂਟ ਨਹੀਂ ਸੀ ਦੇਣੀ ਪੈਣੀ ਵੀ ਇਹ ਵਧੀਆ ਬੜਾ ਵਧੀਆ ਬਜਟ ਹੈ, ਕਿਉਂਕਿ ਹਿਸਟਰੀ ਦੇ ਵਿੱਚ ਪ੍ਰਾਈਮ ਮਿਨਿਸਟਰ ਕਦੇ ਨਹੀਂ ਬਜਟ ਦੇ ਬਾਰੇ ਬੋਲਦੇ ਬਾਅਦ ਦੇ ਵਿੱਚ ਐਕਸਕਲੂਸਿਵਲੀ। ਦੂਜੀ ਗੱਲ ਇਹਦੇ ਵਿੱਚ ਇਹ ਆ ਕਿ ਬਜਟ ਜੇ ਚੰਗਾ ਹੁੰਦਾ ਫਿਰ ਅੱਗੇ ਤਾਂ ਸਰਕਾਰ ਨੂੰ 50 ਥਾਵਾਂ ਤੇ ਆਪਣੇ ਨੁਮਾਇੰਦੇ ਭੇਜਣ ਦੀ ਜ਼ਰੂਰਤ ਨਹੀਂ ਸੀ ਪੈਣੀ। ਆਪਣੇ ਨੁਮਾਇੰਦੇ ਹੁਣ ਭੇਜੇ ਆ, ਥਾਂ ਦੱਸ ਰਹੇ ਆ ਬਜਟ ਦੇ ਵਿੱਚ ਇਹ ਹੈਗਾ, ਬਜਟ ਦੇ ਵਿੱਚ ਹੋਊਗਾ। ਜੇ ਬਜਟ ਚੰਗਾ ਹੁੰਦਾ ਤਾਂ ਜ਼ਰੂਰਤ ਨਹੀਂ ਪੈਂਦੀ। ਇਹ ਵੀ ਪਹਿਲੀ ਵਾਰੀ ਹੋ ਰਿਹਾ ਵੀ ਬਜਟ ਦੇ ਬਾਰੇ ਮਿਨਿਸਟਰ ਜਾ ਕੇ ਗੱਲਾਂ ਕਰ ਰਹੇ ਆ, ਤੁਸੀਂ ਵੀ ਦੇਖਿਆ ਹੋਣ ਵਾਲੇ ਦੁਆਲੇ। ਸੋ ਜਿੱਥੋਂ ਤੱਕ ਬਜਟ ਆ ਡਿਟੇਲ ਦੇ ਵਿੱਚ ਆਪਾਂ ਜਾਂ ਇਹਦੇ ਵਿੱਚ ਜਿੰਨੀਆਂ ਕੁ ਫਿਗਰਸ ਹੈਗੀਆਂ ਆ ਉਹਦੇ ਵਿੱਚ ਬਹੁਤਾ ਨਹੀਂ ਜਾਣਾ ਚਾਹੀਦਾ। ਆਪਾਂ ਹੋਰ ਗੱਲ ਕਰਦੇ ਹਾਂ ਜਿਹਦੀਆਂ ਤੁਸੀਂ ਹੋਰ ਬੜੀਆਂ ਗੱਲਾਂ ਕੀਤੀਆਂ, 5-7 ਗੱਲਾਂ ਨਾਲ ਦੀ ਨਾਲ ਕੀਤੀਆਂ ਵੀ 2024 ਭਾਵੇਂ 2024 ਹਜੇ ਦੇਰ ਆ, ਤਕਰੀਬਨ 1 ਸਾਲ ਤੋਂ ਵੀ ਸਮਾਂ ਜ਼ਿਆਦਾ ਆ, ਮਹੀਨਾ 2 ਮਹੀਨੇ ਬਾਅਦ, ਕਿਉਂਕਿ ਮਈ ਦੇ ਵਿੱਚ ਹੈ। ਜਿਹੜਾ ਪਿਛਲਾ ਥੋੜਾ ਜਿਹਾ ਝਾਕੀਏ, ਥੋੜੀ ਜਿਹੀ ਇਤਿਹਾਸ ਦੇ ਵਿੱਚ, ਥੋੜੇ ਬਰੀਫ ਦੇ ਵਿੱਚ ਵੀ ਹੁਣੇ ਹਿਮਾਚਲ ਦੇ ਵਿੱਚ ਇਲੈਕਸ਼ਨਾਂ ਹੋਈਆਂ, ਹਿਮਾਚਲ ਦੇ ਵਿੱਚ ਬੀਜੇਪੀ ਗਈ। ਦਿੱਲੀ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਹੋਈਆਂ, ਬੀਜੇਪੀ ਗਈ। 15 ਸਾਲ ਦਾ ਉਹਨਾਂ ਦਾ ਰਿਕਾਰਡ ਜਿਹੜਾ ਸੀਗਾ ਉਹ ਆਮ ਆਦਮੀ ਨੇ ਤੋੜ ਕੇ। ਇਹਨਾਂ ਦੇ ਪਿੱਛੇ ਕੁਛ ਨਾ ਕੁਛ ਇਤਿਹਾਸ ਹੈ। ਤੀਜੀ ਗੱਲ ਇੱਕ ਹੋਰ ਵੀ ਆ, ਜਿਹੜਾ ਬਰੀਫ ਹੈ ਸ਼ਾਇਦ ਉਹ ਤੁਹਾਨੂੰ ਜਾਂ ਲਗਭਗ ਲੋਕਾਂ ਨੂੰ ਆਮ ਨੂੰ ਪਤਾ ਨਹੀਂ ਹੈਗਾ। ਬੰਬਈ ਦੇ ਵਿੱਚ 5 MLC ਦੀਆਂ ਇਲੈਕਸ਼ਨਾਂ ਹੋਈਆਂ ਹੁਣੇ, ਪਰਸੋਂ ਦੀ ਗੱਲ ਆ। 5 ਦੇ ਵਿੱਚੋਂ 4 ਹੀ ਆ, 4 ਜਿਹੜਾ ਆ MBA ਲੈ ਗਿਆ, 1 ਬੀਜੇਪੀ ਨੂੰ ਮਿਲੀ। ਹੁਣ ਆਪਾਂ ਇੱਥੋਂ ਅੰਦਾਜ਼ਾ ਹਜੇ ਕਿ ਦੂਰ ਆ, 2024 ਦੂਰ ਆ, ਬੜੇ ਹਾਲਾਤ ਬਦਲਦੇ ਆ, ਦਿਨ ਰੋਜ਼ ਪੋਲੀਟੀਕਲ ਕਲਰ ਜਿਹੜੇ ਆ ਬਦਲਦੇ ਆ। ਪਰ ਇਹਨਾਂ ਚੀਜ਼ਾਂ ਦੇ ਵਿੱਚ ਜ਼ਰੂਰ ਸਾਨੂੰ ਦੇਖਣਾ ਚਾਹੀਦਾ ਵੀ ਹੁਣ ਰਿਜ਼ਲਟਸ ਕੀ ਆ ਰਹੇ ਆ। ਹੁਣ ਇਹਨਾਂ ਦੇ ਪਿੱਛੇ ਵੀ ਤਾਂ ਦੇਖਣਾ ਵੀ ਕੀ ਹੋਇਆ, ਕਿਉਂ। ਆਪਾਂ ਐਸੇ ਤਰ੍ਹਾਂ ਨਹੀਂ ਨਾ ਛੱਡ ਸਕਦੇ ਵੀ ਇਹ ਰੀਜ਼ਨ ਕੀ ਨੇ, ਜਦੋਂ ਕਿ ਸਾਰੀ ਮਸ਼ੀਨਰੀ ਬੀਜੇਪੀ ਦੀ ਇੱਕ ਥਾਂ ਤੇ ਲੱਗ ਜਾਂਦੀ ਆ ਔਰ ਸਾਰੇ ਜਿੰਨਾ ਧੂਆਂ ਤਾਰ ਪ੍ਰਚਾਰ ਮੀਡੀਆ ਦੇ ਥਰੂ, ਅਖਬਾਰਾਂ ਦੇ ਥਰੂ ਵੀ ਅਸੀਂ ਆਹ ਕਰ ਦਿੱਤਾ, ਅਸੀਂ ਉਹ ਕਰ ਦਿੱਤਾ, ਫਿਰ ਵੀ ਹਾਰ ਹੁੰਦੀ ਹੈ। ਇਹਦੇ ਵਿੱਚ ਦੇਖੋ, ਜੇ ਆਪਾਂ ਥੋੜਾ ਜਿਹਾ ਹਿਮਾਚਲ ਦੀ ਗੱਲ ਲਈਏ, ਹਿਮਾਚਲ ਦਾ ਇੱਕ ਫੈਕਟਰ ਬਹੁਤ ਵੱਡਾ ਸੀਗਾ ਜਿਹੜਾ ਬੀਜੇਪੀ ਨੂੰ ਲੈ ਕੇ ਬਹਿ ਗਿਆ, ਓਲਡ ਪੈਨਸ਼ਨ ਸਕੀਮ ਜਿਹੜੀ ਹੈ ਤਾਂ ਪੁਰਾਣੀ ਹਿਸਟਰੀ ਆ। ਆਪਾਂ ਹਿਸਟਰੀ ਕਿਉਂ ਰਿਪੀਟ ਹੁਣ ਕਰਨੀ, ਜੇ ਤੁਸੀਂ ਕਹੋਗੇ ਤਾਂ ਆਪਾਂ ਕਰ ਲਵਾਂਗੇ, ਜੇ ਕੁਐਸਚਨ ਕਰੋਗੇ ਤਾਂ। ਪਰ ਇੱਕ ਚੀਜ਼ ਇਹ ਰਹਿ ਗਈ ਆ ਕਿ ਉੱਥੇ ਮੈਜੋਰਿਟੀ ਮੁਲਾਜ਼ਮਾਂ ਦੇ ਵੋਟਾਂ ਦੀ ਸੀਗੀ ਤੇ OPS ਨੂੰ ਲੈ ਕੇ, ਓਲਡ ਪੈਨਸ਼ਨ ਸਕੀਮ ਨੂੰ ਲੈ ਕੇ, ਇਸ ਚੀਜ਼ ਨੂੰ ਲੈ ਕੇ ਉੱਥੇ ਸਾਰੇ ਮੁਲਾਜ਼ਮਾਂ ਨੇ ਇੱਕ ਹੋ ਕੇ ਵੋਟ ਪਾਈ। ਇਹ ਪਾਲਿਸੀ ਮੈਟਰ ਆ, ਪਾਲਿਸੀ ਦੇ ਉੱਤੇ। ਇਸੇ ਤਰ੍ਹਾਂ ਹੀ ਹੋਰ ਪਾਲਿਸੀਆਂ ਵੀ ਹੈਗੀਆਂ ਇਹਦੀਆਂ ਜਿਹੜੀਆਂ ਬੀਜੇਪੀ ਨੂੰ ਲੈ ਕੇ ਬੈਠਣ ਵਾਲੀਆਂ। ਹੁਣ ਜਿਹੜੀਆਂ ਇਹਦੇ ਨਾਲ ਇੱਕ ਚੀਜ਼ ਹੋਰ ਵੀ ਆ, 9 ਸਟੇਟਾਂ ਦੀਆਂ ਇਲੈਕਸ਼ਨਾਂ ਹੋਣੀਆਂ ਹੁਣ ਇਸ ਸਾਲ ਦੇ ਵਿੱਚ। ਨਾਰਥ ਈਸਟ ਦੀਆਂ 3 ਸਟੇਟਾਂ ਦੇ ਵਿੱਚ ਤਾਂ ਐਸੇ ਮਹੀਨੇ ਪਤਾ ਲੱਗ ਜਾਣਾ ਹੈ ਕੀ ਕੁਛ ਹੈਗਾ। 2 ਮਾਰਚ ਨੂੰ ਰਿਜ਼ਲਟਸ ਆਉਣੇ ਆ, ਉਹਨਾਂ ਦੀਆਂ ਤਾਂ ਪਤਾ ਲੱਗ ਜਾਣਾ ਹੈ ਵੀ ਕੀ ਕੁਛ ਹੈਗਾ ਆ। ਅਦਰਵਾਈਜ਼ ਵੀ ਭਾਵੇਂ ਇਹ ਸਟੇਟ ਇਲੈਕਸ਼ਨਸ ਜਿਹੜੀਆਂ ਆ ਸਟੇਟ ਇਸ਼ੂਜ਼ ਤੇ ਹੁੰਦੀਆਂ ਆ, ਪਰ ਇਹਦਾ ਪਾਰਲੀਮੈਂਟ ਤੇ ਇਫੈਕਟ ਪੈਣਾ ਵੀ ਜ਼ਰੂਰੀ ਹੈ। ਸੋ ਇਸ ਤਰ੍ਹਾਂ ਆ ਵੀ ਜਿਹੜੀ 2024 ਦੀ ਇਲੈਕਸ਼ਨ ਆ ਉਹਦੇ ਤੇ ਹਾਲਾਤ ਇਹੋ ਜਿਹੇ। ਤੁਸੀਂ ਰਿਪੋਰਟਾਂ ਦੀ ਗੱਲ ਕੀਤੀ, ਆਪਾਂ ਰਿਪੋਰਟਸ ਜਿਹੜੀਆਂ ਕਰੰਟ ਰਿਪੋਰਟਸ ਆਈਆਂ, BBC ਦੀ ਰਿਪੋਰਟਸ ਆਈ ਆ, ਜਿਹੜੀ ਇੰਡਰਬਰਗ ਦੀ ਰਿਪੋਰਟਸ ਆਈ, ਜਿਹੜੀਆਂ ਤੁਸੀਂ ਵੀ ਗੱਲ ਕੀਤੀ ਆ, ਆਪਾਂ ਇਹਨਾਂ ਤੇ ਵੀ ਵਿਲ ਡਿਸਕਸ ਇਟ ਰਾਈਟ ਨਾਓ। ਪਰ ਇਹ ਜਿਹੜੇ ਹਾਲਾਤ ਜਿਹੜੇ ਬਣ ਰਹੇ ਆ, ਹਜੇ 24 ਭਾਵੇਂ ਦੂਰ ਹੈਗਾ ਆ, ਪਰ ਹਾਲਾਤ ਇੰਨੇ ਬੀਜੇਪੀ ਲਈ ਸੁਖਾਵੇਂ ਨਹੀਂ। ਓਕੇ, ਮਤਲਬ ਇਹ ਹੈ ਕਿ ਕਾਫੀ ਰਿਸਕੀ ਔਰ ਕਾਫੀ ਹਾਰਡ ਕੰਪੀਟੀਸ਼ਨ ਦੇਣ ਵਾਲੀ ਹੈ ਆਪੋਜੀਸ਼ਨ ਬੀਜੇਪੀ ਨੂੰ। ਸੋ ਹਿੰਡਨਬਰਗ ਤੇ BBC ਦੀ ਡਾਕੂਮੈਂਟਰੀ, ਇਹ ਦੋਵਾਂ ਦਾ ਕੀ ਭਾਰਤ ਦੇ ਵਿੱਚ
ਦੇਖਣ ਨੂੰ ਮਿਲਦਾ ਹੈ ਤੁਹਾਡਾ ਰਿਐਕਸ਼ਨ ਜਿਹਦਾ ਅਸਰ ਪੈ ਸਕਦਾ ਸਨ 2024 ਦੀਆਂ ਇਲੈਕਸ਼ਨਸ ਦੇ ਉੱਤੇ, ਕਿਉਂਕਿ ਅਡਾਨੀ ਗਰੁੱਪ ਨੂੰ ਕਾਫੀ ਕਰੀਬੀ ਮੰਨਿਆ ਜਾਂਦਾ ਹੈ ਬੀਜੇਪੀ ਦੇ। ਔਰ ਜਿਹੜੀ BBC ਦੀ ਇੰਟਰਵਿਊ ਹੈ ਉਹ ਵੀ ਜੋ ਉਸ ਵਕਤ ਐਡਮਿਨਿਸਟ੍ਰੇਸ਼ਨ ਹੈ ਗੁਜਰਾਤ ਦੇ ਵਿੱਚ ਉਹਦੇ ਉੱਤੇ ਸਵਾਲੀਆ ਨਿਸ਼ਾਨ ਲਗਾਉਂਦੀ ਪਈ ਹੈ। ਤੁਸੀਂ 2 ਰਿਪੋਰਟਸ ਦੀ ਗੱਲ ਕੀਤੀ ਆ, ਬਹੁਤ ਅੱਛੀ ਗੱਲ ਆ ਕਿ 2 ਰਿਪੋਰਟਸ ਜਿਹੜੀਆਂ ਬਹੁਤ, ਹੋਰ ਵੀ ਰਿਪੋਰਟਸ ਆਕਸਫੈਮ ਦੀ ਰਿਪੋਰਟ ਆਈ ਆ ਜਾਂ 1-2 ਹੋਰ ਰਿਪੋਰਟਸ ਵੀ ਆਈਆਂ, ਚਲੋ ਆਪਾਂ 2 ਦੀ ਗੱਲ ਕਰਦੇ ਹਾਂ। 2 ਰਿਪੋਰਟਸ ਜਿਹੜੀ BBC ਦੀ ਰਿਪੋਰਟਸ ਆਈ ਹੈ ਬਹੁਤ ਮਹੱਤਵਪੂਰਨ ਰਿਪੋਰਟ ਹੈਗੀ ਹੈ। ਪਹਿਲਾਂ ਤਾਂ ਕਿਉਂਕਿ ਪਰਸਨਲ ਹਮਲਾ ਆਇਆ ਹੈ, ਉਹਨਾਂ ਨੇ ਮੋਦੀ ਦਾ ਨਾਮ ਬਕਾਇਦਾ ਲਿਖਿਆ ਹੈ ਉਹਦੇ ਵਿੱਚ, ਤੇ ਉਹ ਕੋਈ ਮਤਲਬ ਇਸ ਵੇਲੇ ਚਾਹੇ ਉਹਨੂੰ ਸੁਪਰੀਮ ਕੋਰਟ ਨੇ ਕਲੀਨ ਚਿੱਟ ਦੇ ਦਿੱਤੀ ਆ ਪ੍ਰਾਈਮ ਮਿਨਿਸਟਰ ਸਾਡੇ ਮੋਦੀ ਸਾਹਿਬ ਨੂੰ, ਪਰ ਕਲੀਨ ਚਿੱਟ ਖੰਨਾ ਸਾਹਿਬ ਲੋਕ ਨਹੀਂ ਦੇ ਸਕਦੇ। ਲੋਕ ਇਸ ਕਰਕੇ ਨਹੀਂ ਦੇ ਸਕਦੇ 2002 ਦੀਆਂ, ਜੇ 2002 ਦੀਆਂ ਘਟਨਾਵਾਂ ਜਿਹੜੀਆਂ ਆ ਵਾਕਈ ਦਿਲ ਨੂੰ ਟੁੰਬਣ ਵਾਲੀਆਂ ਆ। ਬਹੁਤ ਉੱਥੇ ਅਤਿਆਚਾਰ ਹੋਏ ਆ। ਅਤਿਆਚਾਰ ਇਸ ਕਰਕੇ ਹੋਏ ਆ, ਉਸ ਵੇਲੇ ਦੀ ਸਰਕਾਰ ਮੋਦੀ ਦੀ ਜਿਹੜੀ ਚੀਫ ਮਿਨਿਸਟਰ ਸੀਗੀ, ਇਹਨਾਂ ਨੇ ਐਕਸ਼ਨ ਹੀ ਨਹੀਂ ਲਿਆ। ਇਸ ਕਰਕੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਅਟਲ ਬਿਹਾਰੀ ਵਾਜਪੇਈ ਨੂੰ ਇਹ ਕਹਿਣਾ ਪਿਆ ਸੀਗਾ ਕਿ ਆਪਣਾ ਧਰਮ ਨਿਭਾਓ। ਆਪਣਾ ਧਰਮ ਨਿਭਾਉਣ ਦਾ ਮਤਲਬ ਇਹ ਸੀਗਾ ਕਿ ਉੱਥੇ ਫੇਲ ਹੋ ਰਿਹਾ ਸੀ ਕੰਮ। ਦੰਗੇ ਕਰਾਏ, ਦੰਗਿਆਂ ਦੇ ਉੱਤੇ ਕੋਰਟ ਦੇ ਵਿੱਚ ਵੀ ਕੇਸ ਚੱਲਦੇ ਆ, ਇਹਨਾਂ ਨੂੰ ਵੀ ਕੋਰਟ ਨੇ ਬਰੀ ਕਰ ਦਿੱਤਾ। ਇਹ ਠੀਕ ਆ, ਬਰੀ ਹੋ ਗਏ ਕੋਰਟ ਦੇ ਥਰੂ, ਪਰ ਉਸ ਵੇਲੇ ਦਾ ਥੋੜਾ ਜਿਹਾ ਦੇਖੀਏ ਵੀ ਮੋਦੀ ਸਾਹਿਬ ਨੂੰ 10 ਸਾਲ ਵੀਜ਼ਾ ਨਹੀਂ ਸੀ ਮਿਲਿਆ ਕਿਸੇ ਪਾਸੇ, ਚਾਹੇ ਵਿਦੇਸ਼ਾਂ, ਹੁਣ ਤਾਂ ਭਾਵੇਂ ਜਦ ਮਰਜ਼ੀ ਚੱਲ ਜਾਓ, ਪ੍ਰਾਈਮ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਦਾ ਪ੍ਰੈਰੋਗੇਟਿਵ ਹੈ, ਸਭ ਕੁਛ ਹੈਗਾ ਆ, ਪਰ ਉਸ ਵੇਲੇ ਦਾ ਹਾਲਾਤ ਦੇਖੀਏ 10 ਸਾਲ ਵੀਜ਼ਾ ਨਹੀਂ ਸੀ ਮਿਲਿਆ। ਚਾਹੇ ਉਹ ਅਮਰੀਕਨ ਕੰਟਰੀ ਸੀਗੇ, ਅਮਰੀਕਾ ਕੰਟਰੀ ਸੀਗਾ, ਚਾਹੇ ਵੈਸਟਰਨ ਦੇ ਕੰਟਰੀ ਸੀਗੇ, ਕਿਸੇ ਨੇ ਵੀਜ਼ਾ ਨਹੀਂ ਸੀ ਦਿੱਤਾ, ਕਿਉਂਕਿ ਇਹ ਇੱਕ ਟ੍ਰੇਟਰ ਕਰਾਰ ਦਿੱਤਾ ਗਿਆ ਸੀ ਉਸ ਵੇਲੇ, ਅਕਿਊਜ਼ ਸੀਗਾ ਉਸ ਵੇਲੇ ਮੰਨਿਆ ਗਿਆ। ਹੁਣ ਭਾਵੇਂ ਸੁਪਰੀਮ ਕੋਰਟ ਨੇ ਬਰੀ ਕੀਤਾ, ਠੀਕ ਆ। ਇਹ ਜਿਹੜੀ ਰਿਪੋਰਟ ਆਈ ਹੈ ਇਹ BBC ਦੀ, ਤੇ ਸਰਕਾਰ ਨੇ, ਜੇ ਇਹ ਸਹੀ ਹੁੰਦੀ ਸਰਕਾਰ ਬੈਨ ਕਿਉਂ ਕਰਤੀ? ਸਾਡਾ ਮੁਲਕ ਡੈਮੋਕ੍ਰੇਟਿਕ ਮੁਲਕ ਹੈਗਾ ਆ, ਇਹਨੂੰ ਜੇ ਬਾਕੀ ਰਿਪੋਰਟਸ ਆ ਰਹੀਆਂ ਆ ਉਹਨਾਂ ਨੂੰ ਕਰ ਰਹੇ ਆ, BBC ਦੀ ਰਿਪੋਰਟ ਨੂੰ ਕੀ ਗੱਲ ਸੀਗੀ? BBC ਵੀ ਰਿਪੋਰਟ ਸਾਰੇ ਦੇਖ ਲੈਂਦੇ, ਕੀ ਹੈ ਟਰੂ ਪਿਕਚਰ ਸਾਡੇ ਲੋਕਾਂ ਦੇ ਸਾਹਮਣੇ ਆ ਜਾਂਦੀ, ਕੀ ਹੈਗਾ ਕੀ ਨਹੀਂ ਹੈਗਾ। ਆਫਟਰ ਆਲ ਉਹਦੇ ਵਿੱਚ ਕੁਛ ਨਾ ਕੁਛ ਤਾਂ ਹੈਗਾ ਆ ਜਿਹੜਾ ਉੱਤੇ ਬੈਨ ਲਾਇਆ ਗਿਆ। ਸੋ ਇਹ ਡੈਫੀਨੇਟਲੀ ਕਦੇ ਨਾ ਕਦੇ ਅਲਟੀਮੇਟਲੀ, ਹੁਣ ਸੁਪਰੀਮ ਕੋਰਟ ਦੇ ਵਿੱਚ ਕੇਸ ਹੈਗਾ ਆ, ਸੁਪਰੀਮ ਕੋਰਟ ਦਾ ਆਪਾਂ ਕੋਈ ਬੰਦਾ ਟਿੱਪਣੀ ਨਹੀਂ ਕਰਦਾ, ਠੀਕ ਆ, ਜੋ ਫੈਸਲਾ ਦੇਣਗੇ ਆਲ ਰਾਈਟ ਆ, ਪਰ ਲੋਕ ਜਿਹੜੇ ਆ, ਲੋਕਾਂ ਨੂੰ ਜਿਸ ਚੀਜ਼ ਦਾ ਪਤਾ ਆ, ਜਾਂ ਉਸ ਵੇਲੇ ਦਾ ਮੀਡੀਆ ਜਿਹੜਾ ਸੀਗਾ ਉਸ ਨੂੰ ਪਤਾ ਆ, ਉਹ ਇਹਦਾ ਅਸਰ ਡੈਫੀਨੇਟਲੀ ਹੋਣਾ ਆ ਆਉਣ ਵਾਲੀਆਂ ਚੋਣਾਂ। ਜਿਹੜੀ ਤੁਸੀਂ ਸੈਕਿੰਡ, ਹਾਂਜੀ ਦੱਸੋ। ਸੈਕਿੰਡ ਤੁਸੀਂ ਹਿਡਨਬਰਗ, ਉਹਨੂੰ ਹਿਡਨਬਰਗ ਕਹਿ ਦਿੰਦੇ ਨੇ, ਹਿੰਡਨਬਰਗ ਮਤਲਬ ਹਿਡਨ ਰਿਪੋਰਟ ਹੈ, ਸਮਥਿੰਗ ਹਿਡਨ ਜੀ। ਹਿੰਡਨਬਰਗ ਦੀ ਰਿਪੋਰਟ ਬਾਰੇ, ਹਾਂਜੀ ਹਾਂ, ਇਹਦੇ ਬਾਰੇ ਆਪਾਂ ਗੱਲ ਕਰਨ ਲੱਗੇ ਸੀਗੇ, ਰੈਫਰੈਂਸ ਇਹਦੇ ਬਾਰੇ ਹੋਇਆ ਸੀ। ਦੇਖੋ ਉਹ ਵੀ ਗੱਲ ਦੇਖੋ ਹਿਡਨਬਰਗ ਦੀ ਆ, ਜਿਹੜੀ ਉਹ ਅਮਰੀਕਨ ਕੰਪਨੀ ਆ, ਉਹਨੇ ਜੋ ਹਾਈਲਾਈਟ ਕੀਤਾ ਹਿੰਦੁਸਤਾਨ ਦੀ ਇਕੋਨਮੀ ਨੂੰ ਹਾਈਲਾਈਟ ਕੀਤਾ ਵੀ ਜਿਹੜਾ ਪ੍ਰਾਈਵੇਟ ਸੈਕਟਰ ਆ ਜਾਂ ਜਿਹੜਾ ਕਾਰਪੋਰੇਟ ਸੈਕਟਰ ਆ ਉਹ ਕਿਸ ਤਰ੍ਹਾਂ ਲੁੱਟ ਰਿਹਾ ਗੌਰਮੈਂਟ ਦੇ ਇਨਕਨਾਈਵੈਂਸ ਦੇ ਨਾਲ। ਜਿੱਦਾਂ ਹੁਣ LIC ਨੇ ਇੰਨਾ ਪੈਸਾ ਲਾਤਾ, 80,000 ਕਰੋੜ ਰੁਪਈਆ ਕਹਿੰਦੇ ਲਾਤਾ, ਹਾਲਾਂਕਿ ਰਿਪੋਰਟਸ ਆਉਣੀਆਂ ਆ, ਇਹ ਵੀ ਸੁਪਰੀਮ ਕੋਰਟ ਦੇ ਵਿੱਚ ਗਈ ਗੱਲ। 80,000 ਕਰੋੜ ਰੁਪਈਆ ਲਾਤਾ, SBI ਨੇ ਲਾਤਾ, ਹੋਰ ਬੈਂਕਾਂ ਨੇ ਲਾਤਾ ਇੰਨਾ ਪੈਸਾ। ਖੰਨਾ ਸਾਹਿਬ, ਇਹ ਪੈਸਾ ਤਾਂ ਲੋਕਾਂ ਦਾ ਆ, ਤੁਹਾਡਾ ਵੀ ਹੋਊ 10 ਰੁਪਈਏ 5 ਰੁਪਈਏ, ਮੇਰੇ ਹੋਊਗੇ, ਕਿਸੇ ਹੋਰ ਦੇ ਹੋਊਗੇ, ਇਹ ਪੈਸਾ ਤਾਂ ਲੋਕਾਂ ਦਾ ਆ। ਖਿਲਵਾੜ ਕਰ ਰਹੀ ਹੈ ਸਰਕਾਰ ਇਸ ਪੈਸੇ ਦੇ ਨਾਲ। ਇਹ ਭਾਵੇਂ RBI ਨੇ ਮੰਗ ਲਈ ਆ ਰਿਪੋਰਟ ਵੀ ਇਹ ਕਿੰਨਾ ਪੈਸਾ ਹੈਗਾ, ਕਿੰਨਾ ਹੈਗਾ ਆ, ਉਹ ਅਜੇ ਆਉਣਗਾ ਆ, ਉਹ ਸੈਕੰਡ ਸਟੇਜ ਆ ਗਈ ਆ। ਲੇਕਿਨ ਇਹਦੇ ਨਾਲ ਵੱਡਾ ਫੈਕਟਰ ਜਿਹੜਾ ਹੈਗਾ ਆ, ਅੱਜ ਪਾਰਲੀਮੈਂਟ ਬੰਦ ਆ, 4 ਦਿਨ ਹੋ ਗਏ ਪਾਰਲੀਮੈਂਟ। ਬਜਟ ਸੈਸ਼ਨ ਜਿਹੜਾ ਆ ਇੱਕ ਇੰਪੋਰਟੈਂਟ ਸੈਸ਼ਨ ਹੁੰਦਾ ਆ, ਪ੍ਰੈਜ਼ੀਡੈਂਟ ਦਾ ਇੱਕ ਵੋਟ ਆਫ ਥੈਂਕਸ ਹੁੰਦਾ ਆ, ਜਿਹੜਾ ਬੜਾ ਇੰਪੋਰਟੈਂਟ ਚੀਜ਼ ਹੁੰਦੀ ਆ ਬਜਟ ਸੈਸ਼ਨ ਦੇ ਵਿੱਚ। ਹਰ ਬਜਟ ਸੈਸ਼ਨ ਦੇ ਵਿੱਚ ਪ੍ਰੈਜ਼ੀਡੈਂਟ ਆਪਣਾ ਪਾਲਿਸੀ ਮੈਟਰ ਦੱਸਦੇ ਆ, ਉਹਦੇ ਥੈਂਕਸ ਹੁੰਦਾ ਪ੍ਰੈਜ਼ੀਡੈਂਟ ਦਾ। ਉਹਦੇ ਲਈ ਅੱਜ ਦੇਖੋ 4 ਦਿਨ ਹੋ ਗਏ ਆ, ਪਾਰਲੀਮੈਂਟ ਵਿਰੋਧੀ ਪਾਰਟੀਆਂ ਦੀ, ਹਾਲਾਂਕਿ ਨੋਟਿਸ ਪ੍ਰੋਪਰ ਦਿੱਤਾ ਆ, ਕੋਈ ਗੱਲ ਨਹੀਂ ਸੁਣਨ ਲਈ ਤਿਆਰ ਹੈਗੀ। ਇਹਦੇ ਪਹਿਲਾਂ ਤੁਸੀਂ ਇਹ ਵੀ ਦੇਖੋ, ਇਹਦੇ ਪਹਿਲਾਂ ਪਾਰਲੀਮੈਂਟਰੀ ਮਿਨਿਸਟਰ ਆਲ ਆਪੋਜੀਸ਼ਨ ਪਾਰਟੀਆਂ ਦੀ ਮੀਟਿੰਗ ਕਰਦੇ ਆ ਵੀ ਸਮੂਥ ਚੱਲੇ
पार्लीमेंट ਸਮੂਥ ਚੱਲੇ। ਬਿਲਕੁਲ ਠੀਕ ਆ, ਕਰਨੀ ਚਾਹੀਦੀ ਆ। ਕਨਵੈਨਸ਼ਨ ਆ ਇਹ ਬਜਟ ਤੇ ਜਾਂ ਸੈਸ਼ਨ ਤੋਂ ਪਹਿਲਾਂ, ਬਜਟ ਸੈਸ਼ਨ ਹੋਵੇ ਜਾਂ ਦੂਜਾ ਸੈਸ਼ਨ ਹੋਵੇ, ਉਹ ਤੋਂ ਪਹਿਲਾਂ ਇੱਕ ਮੀਟਿੰਗ ਕਰਦੇ ਆ, ਅੱਛੀ ਗੱਲ ਆ। ਪਰ ਉਹਦੇ ਵਿੱਚ ਕਲੀਅਰ ਕੱਟ ਕਿਹਾ ਸੀਗਾ ਵੀ ਅਸੀਂ ਜਿਹੜੀ ਵੀ ਚੀਜ਼ ਹੋਊਗੀ, ਜਿਹੜੀ ਆਪੋਜੀਸ਼ਨ ਪਾਰਟੀ ਜਿਸ ਪੁਆਇੰਟ ਨੂੰ ਵੀ ਉਠਾਉਣਾ ਚਾਹੁਣਗੀਆਂ, ਅਸੀਂ ਇਹਦੇ ਲਈ ਜਵਾਬ ਦੇਣ ਹੈ। ਲੇਕਿਨ ਜਿਸ ਵੇਲੇ ਆਪੋਜੀਸ਼ਨ ਉਠਾਉਂਦੀ ਆ ਸਵਾਲ, I can certainly say this is a murder of democracy in India, where parliament is not allowed to function because of the obstinate attitude of the government. जिसमें ਤੁਸੀਂ ਇੱਕ ਸਿੰਪਲ ਚੀਜ਼, ਇਹ ਤਾਂ ਇੱਕ ਇੰਪੋਰਟੈਂਟ ਇਸ਼ੂ ਹੈਗਾ, ਇੱਕ ਸਿੰਪਲ ਚੀਜ਼ ਵੀ ਹੋਵੇ, ਸਿੰਪਲ, ਜਿੱਥੇ ਪਾਰਲੀਮੈਂਟ ਦੇ ਵਿੱਚ, ਪਾਰਲੀਮੈਂਟ ਦੇ ਸਾਡੇ ਰਿਪਰੈਜ਼ੈਂਟੇਟਿਵ ਹੈਗੇ, ਉਹ ਸਾਡੇ ਰਿਪਰੈਜ਼ੈਂਟੇਟਿਵ ਜਿਹਨਾਂ ਨੂੰ ਅਸੀਂ ਚੁਣਿਆ ਆ ਵੀ ਤੁਸੀਂ ਲੋਕਾਂ ਦੀ ਗੱਲ ਉੱਥੇ ਜਾ ਕੇ ਕਰੋ। ਜੇ ਉਹ ਛੋਟੀ ਕੋਈ ਵੀ ਗੱਲ ਕਰਦੇ ਆ, ਉੱਥੇ ਵੀ ਪਾਰਲੀਮੈਂਟ ਦਾ ਜਵਾਬ ਦੇਣਾ ਬਣਦਾ ਆ ਮਿਨਿਸਟਰ ਜਿਹੜੇ ਵੀ। ਸੋ ਇੱਥੇ ਤਾਂ ਕੋਈ ਹੈ ਹੀ ਨਹੀਂ। ਇੱਥੇ ਤਾਂ ਜਿਹੜਾ ਪੈਸਾ ਲੱਗਾ ਆ ਹੁਣ ਧਨਾਟਾਂ ਦੇ ਖਰਚ, ਕੱਲਾ ਇਹੀ ਨਹੀਂ ਹੋਣਾ। ਕੱਲਾ ਦੇਖੋ, ਆਪਾਂ ਇਹ ਸੋਚਦੇ ਹਾਂ ਵੀ ਕੱਲਾ ਖਰਿਆ ਅਡਾਨੀ ਹੋਊਗਾ, ਪਤਾ ਨਹੀਂ ਕਿੰਨੇ ਹੋਣੇ ਆ ਇਹਨਾਂ ਚੀਜ਼ਾਂ ਦੇ ਵਿੱਚ, ਜਿਹੜੇ ਆਪਣੀ ਮਤਲਬ ਪਤਾ ਹੀ ਨਹੀਂ ਆਪਣੇ ਲੋਕਾਂ ਨੂੰ। ਅਸੀਂ ਤਾਂ ਥੱਲੇ ਗਰਾਊਂਡ ਲੈਵਲ ਤੇ ਕੰਮ ਕਰਦੇ ਹਾਂ, ਗਰਾਊਂਡ ਲੈਵਲ ਤੇ ਰਹਿੰਦੇ ਹਾਂ, ਦਾਲ ਰੋਟੀ ਦਾ ਮਸਲਾ ਆ ਸਾਡਾ। ਇਹਨਾਂ ਚੀਜ਼ਾਂ ਦੇ ਵਿੱਚ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕਿੰਨਾ ਕਿੰਨਾ ਪੈਸਾ ਹਿਡਨ ਹੈਗਾ। ਜਿਹੜੀ ਰਿਪੋਰਟ ਆਈ ਆ, ਹੋਰ ਆਈ ਜਾਣੇ ਹੌਲੀ ਹੌਲੀ, ਡੈਫੀਨੇਟਲੀ ਆਉਣਗੇ। ਹੁਣ ਜਿਹੜਾ NSE ਆ ਜਾਂ ਉਹਨਾਂ ਦੇ ਸ਼ੇਅਰ ਆ, ਕਿਸ ਤਰ੍ਹਾਂ ਡਿੱਗ ਰਹੇ ਆ, ਕਿਸ ਤਰ੍ਹਾਂ, ਜਿਹੜਾ ਅਸੀਂ ਗਿਣੇ ਨਹੀਂ ਸਕਦੇ ਪੈਸੇ, ਲੱਖ ਜਾਂ ਕਰੋੜ ਆ ਕਿੰਨਾ ਹੈਗਾ, ਗਿਣ ਨਹੀਂ ਸਕਦੇ ਅਸੀਂ, ਜਿੰਨਾ ਉਹਨਾਂ ਨੂੰ ਹੁਣ ਘਾਟਾ ਪੈ ਰਿਹਾ ਆ। ਜਿਹੜੀ ਉਹ ਅਡਾਨੀ ਦੀ ਪਹਿਲੀ, ਤੁਸੀਂ ਵੀ ਦੱਸਿਆ ਹੁਣ, ਜਿਹੜੀ ਪਹਿਲੇ ਦੂਜੇ ਨੰਬਰ ਤੇ ਸੀਗੀ, ਅੱਜ 15ਵੇਂ 18ਵੇਂ ਤੇ ਚਲੇ ਗਈ, ਉਹਦਾ ਸਟੇਟਸ ਜਿਹੜਾ ਸੀਗਾ। ਆਫਟਰ ਆਲ ਕੁਛ ਤਾਂ ਹੈਗਾ ਹੀ ਆ ਜੇ ਗਿਆ ਤਾਂ ਗੌਰਮੈਂਟ ਇਹਨੂੰ ਛੁਪਾ ਰਹੀ ਹੈ। ਗੌਰਮੈਂਟ ਦਾ ਕੰਮ ਹੀ ਹੈਗਾ ਇਹ ਵੀ ਛੁਪਾਉਣੇ, ਜਿਹੜੀ ਚੀਜ਼ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਹੈਗੀ ਉਹਨੂੰ ਛੁਪਾਉਣਾ ਆ। ਜੇ ਪਹਿਲਾਂ ਆਈ ਆ BBC ਦੀ ਰਿਪੋਰਟ, ਉਹਨੂੰ ਵੀ ਸਮਝ ਲਈਏ ਵੀ ਬੈਨ ਲਾਤਾ, ਦੱਸੋ ਬੈਨ ਵੀ ਲਾਈਦਾ ਹੁੰਦਾ ਕਿਸੇ ਰਿਪੋਰਟ ਦੇ ਉੱਤੇ। ਅੱਗੇ ਜਿਹੜੀ ਇਹ ਰਿਪੋਰਟ ਆਈ ਆ, ਇਹਨੂੰ ਵੀ ਸਮਝ ਲਈ ਵੀ ਪਾਰਲੀਮੈਂਟ ਡਿਸਕਸ ਹੀ ਨਹੀਂ ਕਰਨ ਦਿੰਦੇ। ਸੋ ਇਹ ਤਾਂ ਮੈਂ ਤਾਂ ਜਿੱਦਾਂ ਪਹਿਲਾਂ ਵੀ ਕਿਹਾ ਸੀਗਾ, ਇਹ ਕੋਈ ਹਾਲਾਤ ਸਾਡੇ ਲਈ ਚੰਗੇ ਨਹੀਂ ਹੈਗੇ। ਤੁਸੀਂ ਤਾਂ ਇੱਕ ਬਜਟ ਦੀ ਗੱਲ ਕੀਤੀ ਸੀ, ਜਿਹੜੀਆਂ ਆਮ ਇਹ ਚੀਜ਼ਾਂ ਚੱਲ ਰਹੀਆਂ ਆ, ਇਹਨਾਂ ਦੇ ਹਾਲਾਤ ਚੰਗੇ ਨਹੀਂ ਹੈਗੇ। ਹੁਣ ਆਪਾਂ ਦੇਖੀਏ ਦੂਜੀਆਂ ਚੀਜ਼ਾਂ ਵੀ ਦੇਖੀਏ ਨਾਲ ਦੀ ਨਾਲ, ਇਹਨਾਂ ਦੇ ਨਾਲ ਜੇ ਗੱਲ ਵਧਾਈਏ ਤਾਂ ਥੋੜੀ ਜਿਹੀ। ਹੁਣ ਦੇਖੋ ਮਹਿੰਗਾਈ, ਬੇਰੁਜ਼ਗਾਰੀ, ਇਹਦੀ ਕੋਈ ਗੱਲ ਹੀ ਨਹੀਂ ਕਰਦੇ। ਮਹਿੰਗਾਈ ਰੋਜ਼ ਪੰਜਾਬ ਦੇ ਵਿੱਚ 90 ਪੈਸੇ ਤੇਲ ਵਧਾ ਦਿੱਤਾ, ਤੁਹਾਨੂੰ ਸਾਰਿਆਂ ਨੂੰ ਪਤਾ। ਪੰਜਾਬ ਦੁੱਧ, ਬ੍ਰੈਡ ਜਾਂ ਹੋਰ ਆਟੇ ਦਾਲੇ ਦੀਆਂ ਕੀਮਤਾਂ ਕੋਈ ਨਹੀਂ ਦੇਖਦਾ ਹੈਗਾ। ਔਰ ਸਾਡੇ ਜਿਹੜੀ ਜੇਬ ਦੇ ਵਿੱਚ ਡਾਕੇ ਪੈ ਰਹੇ, ਸਾਨੂੰ ਸਾਇਲੈਂਟਲੀ ਕਈ ਚੀਜ਼ਾਂ ਵੱਧ ਰਹੀਆਂ ਆ। ਪੰਨਾ ਸਾਹਿਬ, ਸਾਇਲੈਂਟਲੀ ਜੁੱਤੀ ਦਾ ਰੇਟ, ਕੱਪੜੇ ਦਾ ਰੇਟ, ਜਿਹਦਾ ਪਤਾ ਹੀ ਨਹੀਂ ਲੱਗ ਰਿਹਾ ਹੈਗਾ ਵੀ ਕਿਸ ਤਰ੍ਹਾਂ ਵੱਧ ਰਹੇ ਆ। ਇਸੇ ਤਰ੍ਹਾਂ ਅਨਪਲਾਇਮੈਂਟ ਦਾ ਹਾਲ ਆ, ਉਹਨੂੰ ਕੋਈ ਨਹੀਂ ਦੇਖਦਾ। ਸਰਕਾਰ ਨੇ ਕਦੇ ਗੱਲ ਹੀ ਨਹੀਂ ਕੀਤੀ ਹੈਗੀ। ਪ੍ਰਾਈਮ ਮਿਨਿਸਟਰ ਨੇ ਪਹਿਲਾਂ ਕੀਤੀ ਗੱਲ ਇੱਕ ਵਾਰੀ, ਫਿਰ 2 ਕਰੋੜ ਦੇ ਦਿਆਂਗੇ ਜੌਬਸ ਲੋਕਾਂ ਨੂੰ, ਉਹ ਤਾਂ ਕਿਤੇ ਦੀ ਕਿਤੇ ਗੱਲ ਗਈ ਆ। ਉਹ ਖਤਮ ਕਰਕੇ ਅੱਗੇ ਕਹਿਤਾ 10 ਲੱਖ ਲੋਕਾਂ ਨੂੰ 1.5 ਸਾਲ ਦੇ ਵਿੱਚ ਦੇਵਾਂਗੇ ਜਵਾਬ। ਹੁਣ ਉਹਨਾਂ ਦਾ ਉਸ ਚੀਜ਼ ਦਾ ਵੀ ਦੇਖੋ ਕੋਈ ਹਿਸਾਬ ਕਿਤਾਬ ਨਹੀਂ ਹੈਗਾ। ਕਦੀ ਕਹਿੰਦੇ 70,000 ਦੇਤਾ, ਕਦੀ ਕਹਿੰਦੇ 75,000 ਦੇਤਾ। ਜੌਬਸ ਦੇਣੀਆਂ ਆ, ਆਫਟਰ ਆਲ ਜੌਬਸ ਦੇ ਵੀ ਪ੍ਰੋਸੀਜਰ ਹੈਗੇ ਆ, ਪ੍ਰੋਸੀਜਰ ਜੌਬ ਦੇ ਹੈਗੇ ਆ। ਤੁਸੀਂ ਵੀ ਜਾਣਦੇ, ਅਸੀਂ ਵੀ ਜਾਣਦੇ ਹਾਂ। ਕੋਈ ਕਿਸੇ ਦੀ ਐਪਲੀਕੇਸ਼ਨ ਲਈ ਦੀ ਹੈ, ਕਿਸੇ ਦਾ ਕੋਈ ਇੰਟਰਵਿਊ ਕੰਡਕਟ ਕਰੀ ਦੀ, ਟੈਸਟ ਕੰਡਕਟ ਕਰੀਦਾ, ਅਪਾਇੰਟਮੈਂਟ। ਕਦੇ ਪ੍ਰਾਈਮ ਮਿਨਿਸਟਰ ਵੀ ਦਿੰਦੇ ਹੋਏ ਦਿੱਤੇ, ਕਿਸੇ ਪ੍ਰਾਈਮ ਮਿਨਿਸਟਰ ਨੇ ਦਿੱਤੇ ਕਿਤੇ ਅਪਾਇੰਟਮੈਂਟ ਲੈਟਰ, ਇਸ ਤਰ੍ਹਾਂ ਜਿਸ ਤਰ੍ਹਾਂ ਅੱਜ ਹੋ ਰਿਹਾ ਹਾਲ। ਸੋ ਸਿਚੁਏਸ਼ਨ ਖੰਨਾ ਸਾਹਿਬ ਬਹੁਤੀ ਵਧੀਆ ਨਹੀਂ ਹੈਗੀ। ਜਿਹੜੀ ਸਖਾਮੀ ਹੋਵੇ 2024 ਦੀਆਂ ਇਲੈਕਸ਼ਨਾਂ ਜਦ ਮੁੜ ਕੇ ਅਸੀਂ ਗੱਲ ਕਰਨੇ ਆ, ਤਾਂ ਬਹੁਤੀ ਸਖਾਮੀ ਨਹੀਂ ਹੈਗੀ। ਸੋ ਇੱਕ ਚੀਜ਼ ਸੋਸ਼ਲ ਮੀਡੀਆ ਦੇ ਉੱਤੇ ਖੋਸਲਾ ਸਾਹਿਬ ਬਹੁਤ ਜ਼ਿਆਦਾ ਵਾਇਰਲ ਹੈ, ਔਰ ਮੈਂ ਕਾਫੀ ਲੋਕਾਂ ਦੇ ਕਮੈਂਟਸ ਵੀ ਪੜ੍ਹੇ ਨੇ। ਜੋ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਹੈ, ਇਹ ਕਿਹਾ ਜਾਂਦਾ ਕਿ ਉਹ RTI ਦੇ ਘੇਰੇ ਦੇ ਵਿੱਚ ਨਹੀਂ ਆਉਂਦਾ। ਵਾਈ ਸੋ? ਇਹ ਸਰਕਾਰੀ ਫੰਡ ਨਹੀਂ ਹੈ ਪ੍ਰਾਈਮ ਮਿਨਿਸਟਰ ਰਿਲੀਫ ਫੰਡ, ਫਿਰ ਇਹ RTI ਦੇ ਘੇਰੇ 'ਚ ਕਿਉਂ ਨਹੀਂ ਆਉਂਦਾ? ਇਹ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੈ, ਇਹ ਨਿਊਜ਼ ਕਾਫੀ ਵਾਇਰਲ ਹੈ, ਵੀਡੀਓਜ਼ ਵੀ ਆ ਰਹੀਆਂ ਨੇ। ਸੋ ਵਾਟਸ ਯੂਰ ਟੇਕ ਸਰ? ਜਿਹੜਾ ਪਹਿਲਾ ਪ੍ਰਾਈਮ ਮਿਨਿਸਟਰ ਫੰਡ, ਰਿਲੀਫ ਫੰਡ ਸੀਗਾ ਜੀ, 1950 ਤੋਂ ਚੱਲਦਾ ਆ ਰਿਹਾ। ਹਾਂਜੀ, ਉਹ ਸਾਰਿਆਂ ਨੂੰ, ਲੋਕਾਂ ਨੂੰ ਵੀ ਉਹ ਜ਼ਿੰਮੇਵਾਰੀ ਉਹਦੀ, ਉਹ ਕੰਸੋਲੀਡੇਟ ਫੰਡ ਦੇ ਨਾਲ ਐਡ ਕੀਤਾ। ਜਿਹੜਾ ਇਹ ਫੰਡ ਨਵਾਂ ਕ੍ਰੀਏਟ ਕੀਤਾ, ਪ੍ਰਾਈਮ ਮਿਨਿਸਟਰ ਰਿਲੀਫ ਫੰਡ, ਜਿਹੜਾ ਹੁਣ ਤੁਸੀਂ ਕਹਿ ਰਹੇ ਹੋ ਪ੍ਰਾਈਮ ਮਿਨਿਸਟਰ ਰਿਲੀਫ ਫੰਡ, ਇਹਨਾਂ ਨੇ ਕੀ ਕੀਤਾ, ਇੱਕ ਟਰਸਟ ਬਣਾ ਦਿੱਤਾ। ਟਰਸਟ ਦੇ ਵਿੱਚ ਪ੍ਰਾਈਮ ਮਿਨਿਸਟਰ ਹੈਗਾ, ਹੋਮ ਮਿਨਿਸਟਰ ਹੈਗਾ ਜਾਂ ਹੋਰ ਮਿਨਿਸਟਰ ਹੈ। ਉਹਨੂੰ ਕਹਿ ਦਿੱਤਾ
ਕਿ ਆਰਟੀਆਈ ਐਕਟ ਦੇ ਤਹਿਤ ਨਹੀਂ ਹੈਗਾ। ਹਾਲਾਂਕਿ ਕੋਰਟਾਂ ਦੇ ਵਿੱਚ ਵੀ ਕੇਸ ਗਏ ਆ ਆਰਟੀਆਈ ਦੇ ਐਕਟ ਦੇ ਵਿੱਚ। ਉਹਨੂੰ ਜਾਣੀ ਇਹ ਗੱਲ ਕੀਤੀ ਆ ਕਿ ਮਰਜ਼ੀ ਦੇ ਨਾਲ ਖਰਚ ਕਰਨਾ ਆਪਣਾ, ਜਿੱਥੇ ਮਰਜ਼ੀ ਕਰ ਲਈਏ, ਜਿੱਥੇ ਮਰਜ਼ੀ ਛੱਡ ਦਈਏ, ਜੇ ਕਿਸੇ ਨੂੰ ਦੇਣਾ ਆ ਦੇ ਦਈਏ, ਜੇ ਕਿਸੇ ਨੂੰ ਲੈਣਾ ਆ ਲੈ ਲਈਏ। ਸੋ ਉਹਨੂੰ ਉਸ ਪ੍ਰੋਵੀਜ਼ਨ ਤੋਂ ਵੀ ਇਹ ਸਰਕਾਰੀ ਨਹੀਂ ਹੈਗਾ, ਇਹਨੂੰ ਟਰਸਟ ਦੀ ਸ਼ੇਪ ਦੇ ਵਿੱਚ ਲਿਆ ਕੇ ਇਹ ਕਹਿ ਦਿੱਤਾ ਕਿ ਇਹ ਸਰਕਾਰੀ ਨਹੀਂ ਹੈਗਾ। ਹਾਲਾਂਕਿ ਉਹਦੇ ਵਿੱਚ ਕਿਹੜਾ ਕਿਤੋਂ ਪੈਸੇ ਆਉਣੇ, ਉਹਦੇ ਵਿੱਚ ਤਾਂ ਕੋਈ ਡੋਨੇਟ ਕਰੂਗਾ, ਕੋਈ ਡੋਨੇਟ ਕਰੂਗਾ ਕਿਸੇ ਪਾਸਿਓਂ। ਮੰਨ ਲਓ ਜੇ ਅਡਾਨੀ ਬਾਨੀ ਵਰਗੇ ਹੈਗੇ ਆ, ਇਹ ਡੋਨੇਟ ਕਰੂਗੇ, ਕਿਸੇ ਨੇ 2 ਲੱਖ ਕਰੋੜ ਰੁਪਈਆ ਕਰਤਾ, ਕਿਸੇ ਨੇ 10 ਲੱਖ ਕਰ ਦਿੱਤਾ, ਉਹ ਟਰਸਟ ਦੇ ਥਰੂ ਕਹਿੰਦੇ ਆ ਇਹ। ਇਸ ਕਰਕੇ ਉਹਨੂੰ ਆਰਟੀਆਈ ਦੇ ਤਹਿਤ ਨਹੀਂ ਲਿਆਂਦਾ ਹੈਗਾ। ਆਰਟੀਆਈ ਦੀ ਕੋਈ ਜਵਾਬ ਨਹੀਂ ਦੇਦੀ। ਹਾਲਾਂਕਿ ਉਹ ਸਰਕਾਰੀ ਹੋਣਾ ਚਾਹੀਦਾ ਆ, ਉਹ ਕਿਸੇ ਦੀ ਆਪਣੀ ਪਰਸਨਲ ਪ੍ਰਾਪਰਟੀ ਨਹੀਂ ਹੈਗੀ। ਜੇ ਕਿਸੇ ਨੇ ਉਹਦੇ ਵਿੱਚੋਂ ਖਰਚਾ ਵੀ ਕਰਨਾ ਆ, ਉਹ ਕੋਈ ਡੋਨੇਸ਼ਨ ਨਹੀਂ ਹੈਗੀ, ਉਹ ਤਾਂ ਗੌਰਮੈਂਟ ਨੇ ਹੈਲਪ ਕਰਨੀ ਆ। ਜੇ ਕਿਸੇ ਵੇਲੇ ਵੀ ਉਹਨੂੰ ਜ਼ਰੂਰਤ ਪੈਣੀ ਕਿਸੇ ਪ੍ਰਾਈਮ ਮਿਨਿਸਟਰ। ਕਰੋਨਾ ਆਇਆ, ਕਰੋਨਾ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਮਸ਼ੀਨਰੀ ਜਿਹੜੀ ਲਿਆਂਦੀ ਆ, ਜਿਵੇਂ ਮੈਡੀਕਲ ਇਕੁਇਪਮੈਂਟ ਸੀਗੇ, ਹੁਣ ਮੈਡੀਕਲ ਪ੍ਰਾਈਮ ਮਿਨਿਸਟਰ ਕੇਅਰ ਫੰਡ ਦੇ ਵਿੱਚ ਵੀ ਬਹੁਤ ਸਾਰੇ ਲਿਆਂਦੇ, ਬਹੁਤ ਸਾਰੇ ਪ੍ਰਾਈਮ ਮਿਨਿਸਟਰ ਕੇਅਰ ਫੰਡ ਨੇ, ਔਰ ਉਹ ਸਾਰੇ ਡਿਫੈਕਟਿਵ ਨਿਕਲੇ, ਦੁਬਾਰਾ ਭੇਜੇ ਵਾਪਸ, ਫੇਰ ਆਏ। ਉਹਦਾ ਕੋਈ ਆਰਟੀਆਈ ਨਹੀਂ, ਕੋਈ ਰਿਕਾਰਡ ਨਹੀਂ ਕਿਤੇ ਵੀ। ਅਸੀਂ ਵੀ ਆਰਟੀਆਈ ਦੇ ਵਿੱਚ ਮੰਗੀਆਂ ਇਨਫੋਰਮੇਸ਼ਨਾਂ, ਕੋਈ ਨਹੀਂ ਦੇ ਰਿਹਾ ਉਹਦੇ ਬਾਰੇ। ਪ੍ਰਾਈਮ ਮਿਨਿਸਟਰ ਫੰਡ ਦਾ ਇੱਕ ਪਰਸਨਲ ਪ੍ਰਾਪਰਟੀ ਬਣਾ ਲਈ। ਤੋ ਇਹਦੇ ਵਿੱਚ ਸਰਕਾਰ ਨੂੰ ਉਹ ਕਹਿੰਦੇ ਵੀ ਸਰਕਾਰੀ ਨਹੀਂ ਹੈਗਾ। ਹਾਲਾਂਕਿ ਪੈਸਾ ਕਿੱਥੋਂ ਆਉਣਾ ਆ, ਕਿੱਥੋਂ ਨਹੀਂ ਆਉਣਾ ਆ, ਕਿਸੇ ਦੇ ਘਰ ਦੇ ਜੇ ਸਪੋਜ਼ ਕਰੋ ਪ੍ਰਾਈਮ ਮਿਨਿਸਟਰ ਹੈ, ਉਹਦਾ ਟਰਸਟੀ ਆ, ਉਹ ਹੋਮ ਮਿਨਿਸਟਰ ਟਰਸਟੀ ਆ, ਉਹਨਾਂ ਨੇ ਕਿਤੇ ਘਰੋਂ ਪੈਸੇ ਦੇਣੇ ਉਹਦੇ ਲਈ, ਇੰਨੇ ਉਹਦੇ ਲਈ ਤਾਂ ਲੱਖਾਂ ਕਰੋੜ ਰੁਪਈਆ ਚਾਹੀਦਾ ਹੁੰਦਾ ਹੈ। ਜਦ ਉਹਨਾਂ ਨੇ ਕਿਸੇ ਨੂੰ ਹੈਲਪ ਕਰਨੀ, ਕਿਤੇ ਕਲਾਈਮੇਟਿਕ ਕੰਡੀਸ਼ਨ ਇਹੋ ਜਿਹੀਆਂ ਹੋ ਜਾਂਦੀਆਂ, ਕਿਤੇ ਐਕਸੀਡੈਂਟ ਹੋ ਜਾਂਦੇ, ਜਿੱਥੇ ਪ੍ਰਾਈਮ ਮਿਨਿਸਟਰ ਰਿਲੀਫ ਫੰਡ, ਜਿੱਦਾਂ ਮੈਂ ਦੱਸਿਆ ਕਰੋਨਾ ਦੇ ਵਿੱਚ ਬਹੁਤ ਸਾਰੇ ਪੈਸੇ ਖਰਚੇ ਆ। ਹੁਣ ਉਹ ਆਫਟਰ ਆਲ ਕਿਸੇ ਹੈਡ ਦੇ ਤਹਿਤ ਹੀ ਆਉਂਦੇ, ਕਿਸੇ ਤੇ ਆਉਂਦੇ ਆ। ਹੁਣ ਆਰਟੀਆਈ ਨੂੰ ਜੇ ਸਰਕਾਰ ਦਾ ਹੀ ਆਰਟੀਆਈ ਆ, ਸਰਕਾਰ ਦੇ ਇਹ ਕੰਮ ਹੈਗੇ ਆ, ਇਸੇ ਤਰ੍ਹਾਂ ਉਹਨੂੰ ਇਗਨੋਰ ਕਰ ਦਿੱਤਾ। ਉਸ ਦੇ ਵਿੱਚ ਕੋਈ ਨਹੀਂ ਕਿਸੇ ਦੀ ਪੁੱਛ ਗਿੱਛ। ਬਿਲਕੁਲ ਇਹ ਗੱਲ ਵਿਚਾਰ ਵਿੱਚ ਆਉਂਦੀ ਹੈ ਕਿ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ, ਹੋਮ ਮਿਨਿਸਟਰ ਸਾਹਿਬ ਇਹਦੇ ਵਿੱਚ ਹੈਗੇ ਨੇ, ਤਾਂ ਫਿਰ ਇਹ ਸਰਕਾਰੀ ਕਿਉਂ ਨਹੀਂ ਹੈ? ਔਰ ਨਾਮ ਹੀ ਆਪਣੇ ਆਪ 'ਚ ਦੱਸਦਾ ਹੈ ਕਿ ਪ੍ਰਾਈਮ ਮਿਨਿਸਟਰ ਰਿਲੀਫ ਫੰਡ, ਤੇ ਫਿਰ ਇਹ ਸਰਕਾਰੀ ਕਿਉਂ ਨਹੀਂ ਹੈ? ਤੇ ਹੋ ਸਕਦਾ ਹੈ ਕਿ ਜੋ ਵੈਬਸਾਈਟਸ ਹੋਣ ਗਵਰਨਮੈਂਟ ਦੀਆਂ, ਉਹਦੇ ਉੱਤੇ ਇਹਦੇ ਬਾਰੇ ਜ਼ਿਕਰ ਵੀ ਮਿਲਦਾ ਹੋਵੇ, ਇਹ ਵੀ ਹੋ ਸਕਦਾ ਹੈ। ਜਦੋਂ ਇਹ ਸਭ ਕੁਝ ਮਤਲਬ ਦੇਖਣ ਨੂੰ ਹੀ, ਸੁਣਨ ਨੂੰ ਹੀ ਲੱਗਦਾ ਹੀ ਸਰਕਾਰੀ ਹੈ, ਤੇ ਫਿਰ ਇਹ ਸਰਕਾਰੀ ਕਿਉਂ ਨਹੀਂ ਹੈ? ਟਰਸਟ ਦੇ ਰੂਪ ਦੇ ਵਿੱਚ ਕਿਉਂ ਹੈ? ਇਹ ਸਾਰੀ ਚਰਚਾ ਕਾਫੀ ਚੱਲਦੀ ਹੈ ਸੋਸ਼ਲ ਮੀਡੀਆ ਦੇ ਉੱਤੇ। ਤੁਹਾਨੂੰ ਲੱਗਦਾ ਹੈ ਕਿ ਇਹ ਪੁਆਇੰਟ ਵੀ 2024 ਦੀਆਂ ਇਲੈਕਸ਼ਨਸ ਦੇ ਉੱਤੇ ਇਫੈਕਟ ਕਰ ਸਕਦਾ ਹੈ, ਜਿੱਥੋਂ ਤੱਕ ਬੀਜੇਪੀ ਦੀ ਕਾਰਗੁਜ਼ਾਰੀ ਦਾ ਸਵਾਲ ਹੈ? ਸਰਟਨਲੀ ਕਰੇਗਾ ਜੀ, ਸਰਟਨਲੀ। ਜਿਹਨਾਂ ਲੋਕਾਂ ਨੂੰ ਇਹਦੇ ਬਾਰੇ ਨੌਲੇਜ ਆ, ਜਿਹਨਾਂ ਨੂੰ ਗਿਆਨ ਆ ਕਿ ਇਹ ਕੀ ਚੀਜ਼ ਆ, ਕਿਹਨੇ ਬਣਾਈ ਆ, ਕਿੱਥੇ ਖਰਚ ਹੋ ਰਿਹਾ, ਕੌਣ ਇਹਨੂੰ ਕੰਟਰੀਬਿਊਟ ਕਰ ਰਿਹਾ, ਇਹ ਤਾਂ ਬਹੁਤ ਵੱਡਾ ਇਸ਼ੂ ਆ, ਕਿਉਂਕਿ ਇਹ ਕੋਈ ਛੋਟਾ ਇਸ਼ੂ ਨਹੀਂ ਹੈਗਾ। ਇਹ ਡੈਫੀਨੇਟਲੀ ਰਾਈਟ ਸਰ। ਇੱਕ ਚੀਜ਼ ਹੋਰ ਜਿਹਦੇ ਬਾਰੇ 2-3 ਮਿਕਸ ਵਿਚਾਰ ਬਣਦੇ ਨੇ, ਜੋ ਸਾਡੀਆਂ ਵੋਟਿੰਗ ਮਸ਼ੀਨਸ ਨੇ। ਕੁਝ ਲੋਕ ਤਾਂ ਕਹਿੰਦੇ ਨੇ ਕਿ ਟ੍ਰੈਡੀਸ਼ਨਲ ਮੈਥਡ ਹੀ ਹੋਣਾ ਚਾਹੀਦਾ, ਬੈਲਟ ਪੇਪਰ ਦੇ ਨਾਲ ਹੋਣੀਆਂ ਚਾਹੀਦੀਆਂ ਨੇ, ਵੋਟਾਂ ਮਸ਼ੀਨਸ ਦੇ ਨਾਲ ਨਹੀਂ ਹੋਣੀਆਂ ਚਾਹੀਦੀਆਂ। ਉਹ ਇੱਕ ਵਿਚਾਰ ਹੈ। ਦੂਸਰਾ, ਜੇ ਮਸ਼ੀਨਸ ਦੇ ਨਾਲ ਹੁੰਦੀਆਂ ਨੇ ਤਾਂ ਕੁਝ ਲੋਕ ਕਹਿੰਦੇ ਨੇ ਕਿ ਮਸ਼ੀਨਸ ਹਾਈਜੈਕ ਹੋ ਜਾਂਦੀਆਂ ਨੇ, ਤੁਸੀਂ ਵੋਟ ਕਿਤੇ ਪਾਓ ਜਾਂਦੀ ਕਿਤੇ ਹੈ, ਇਹ ਆਪਣੇ ਆਪ ਮੈਨੀਪੂਲੇਟ ਕੀਤੀਆਂ ਜਾਂਦੀਆਂ ਨੇ। ਦੂਜਾ ਵਿਚਾਰ ਇਹ ਹੈ ਕਿ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ, ਕੋਈ ਵੀ ਮੈਨੀਪੂਲੇਟ ਨਹੀਂ ਹੁੰਦੀ ਹੈ, ਮਸ਼ੀਨ ਬਿਲਕੁਲ ਠੀਕ ਹੈ, ਆਪਣੀ ਤਰ੍ਹਾਂ ਨਾਲ ਠੀਕ ਤਰ੍ਹਾਂ ਨਾਲ ਕੰਮ ਕਰਦੀ ਹੈ, ਜਿੱਥੇ ਤੁਸੀਂ ਵੋਟ ਪਾਓਗੇ ਉੱਥੇ ਹੀ ਜਾਂਦੀ ਹੈ। ਸੋ ਇਹ 2 ਵਿਚਾਰਧਾਰਾਵਾਂ ਨੇ। ਪਹਿਲੀ ਸਵਾਲ ਦਾ ਜਵਾਬ ਇਹ ਦਿਓ ਕਿ ਇਲੈਕਸ਼ਨਸ ਬੈਲਟ ਪੇਪਰ ਨਾਲ ਹੋਣੀਆਂ ਚਾਹੀਦੀਆਂ ਨੇ ਕਿ ਈਵੀਐਮ ਮਸ਼ੀਨਸ ਨਾਲ ਹੋਣੀਆਂ ਚਾਹੀਦੀਆਂ ਨੇ? ਪਪੂਲਰ ਡਿਮਾਂਡ ਕੀ ਹੈ? ਆਮ ਲੋਕਾਂ ਦੀ ਖੰਨਾ ਸਾਹਿਬ ਪਪੂਲਰ ਡਿਮਾਂਡ ਆ ਕਿ ਮਸ਼ੀਨਾਂ ਨਾਲ ਨਹੀਂ ਹੋਣੀ ਚਾਹੀਦੀ। ਆਮ ਲੋਕਾਂ ਦੀ ਡਿਮਾਂਡ ਇਹ ਆ ਕਿ ਐਟਲੀਸਟ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਅਸੀਂ ਕਿਹਨੂੰ ਵੋਟ ਪਾ ਰਹੇ ਹਾਂ, ਕਿੱਥੇ ਟਿਕ ਲਾ ਰਹੇ ਹਾਂ। ਮਸ਼ੀਨਾਂ ਦੀ ਜਿੱਥੋਂ ਤੱਕ ਗੱਲ ਹੈਗੀ ਆ ਕਿ ਮਸ਼ੀਨਾਂ ਬਹੁਤ ਵਾਰੀ ਅਸੀਂ ਦੇਖਿਆ ਅਖਬਾਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਵਿੱਚ ਜਾਂ ਅਦਰਵਾਈਜ਼ ਜਿੱਥੋਂ ਖਬਰ ਮਿਲਦੀ ਆ, ਇਹ ਮਸ਼ੀਨਾਂ ਜਿਹੜੀਆਂ ਆ ਇਹ ਟਰਸਟਵਰਦੀ ਨਹੀਂ ਹੈਗੀਆਂ। ਇਹ ਪ੍ਰੂਵ ਕਰ ਲਿਆ। ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿੱਥੇ ਚੱਲਦੀਆਂ ਸੀਗੀਆਂ ਇਹ ਮਸ਼ੀਨਾਂ, ਉਹਨਾਂ ਨੇ ਵੀ ਬੰਦ ਕਰ ਦਿੱਤੀਆਂ। ਸੋ ਇਸ ਕਰਕੇ ਆਮ ਲੋਕਾਂ ਦੀ ਜਿਹੜੇ ਸਮਝਦੇ ਆ ਇਸ ਗੱਲ ਨੂੰ, ਆਮ ਜਿਹੜੇ ਪੜ੍ਹੇ ਲਿਖੇ ਲੋਕ ਜਿਹੜੇ ਇਸ ਚੀਜ਼ ਨੂੰ ਸਮਝਦੇ ਆ ਕਿ ਮਸ਼ੀਨਾਂ ਦੇ ਨਾਲ ਹੇਰਾਫੇਰੀ ਹੁੰਦੀ ਆ, ਮਸ਼ੀਨਾਂ ਹਾਈਜੈਕ ਹੋ ਜਾਂਦੀਆਂ ਆ, ਮਸ਼ੀਨਾਂ ਖਰਾਬ ਵੀ ਹੋ ਜਾਂਦੀਆਂ ਆ। ਇੱਕ ਵਾਰੀ ਮੈਂ ਤੁਹਾਨੂੰ ਇੱਕ ਗੱਲ ਛੋਟੀ ਜਿਹੀ ਮੈਨੂੰ ਯਾਦ ਆ ਗਿਆ, ਪਿੱਛੇ 5-7 ਸਾਲਾਂ ਦੀ ਗੱਲ ਆ। ਉਸ ਵੇਲੇ ਮਸ਼ੀਨਾਂ ਦੀ ਜ਼ਿਆਦਾ ਚਰਚਾ ਸੀਗੀ, ਉਹ ਇਸ ਪਿਛਲੇ ਇਲੈਕਸ਼ਨ ਦੇ ਵਿੱਚ। ਉਸ ਵੇਲੇ ਇਹ ਸੀਗੀ, ਇੱਕ ਅਸੀਂ ਮਤਲਬ ਖਬਰ ਦੇਖੀ ਸੀਗੀ
ਜੀ ਉਹ ਟੈਸਟ ਦੇ ਵਿੱਚ ਲਿਆਂਦੀ, ਮਸ਼ੀਨ ਟੈਸਟ ਕਰਨ ਲਈ ਲਿਆਂਦੀ। ਹੁਣ ਜਦ ਮਸ਼ੀਨ ਟੈਸਟ ਕਰਨ ਲਈ ਲਿਆਂਦੀ, ਉਹਦੇ ਵਿੱਚ ਤਾਂ ਸਪੋਜ਼ ਕਰੋ ਉੱਥੇ ਕਾਂਗਰਸ ਦੇ ਵੀ ਆ, ਬੀਜੇਪੀ ਦੇ ਵੀ ਆ, ਅਕਾਲੀ ਦੇ ਵੀ ਆ, ਜਾਂ ਹੋਰ ਦੂਜੇ ਤੀਜੇ ਆਮ ਆਦਮੀ ਸਾਰਿਆਂ ਦੇ ਹੈਗੇ ਉੱਥੇ ਨੁਮਾਇੰਦਿਆਂ ਦੇ ਨਾਂ, ਜਾਂ ਜਿੱਥੇ ਕਿਹਨੂੰ ਜਾਣੀ। ਉਹ ਜਦੋਂ ਬਟਨ ਦੱਬਦੇ ਸੀਗੇ ਸਾਰੇ ਬੀਜੇਪੀ ਦੀਆਂ ਵੋਟਾਂ ਆਉਂਦੀਆਂ। ਸੋ ਏਦਾਂ ਦੀਆਂ ਗੱਲਾਂ ਕਰਕੇ ਲੋਕਾਂ ਦਾ ਜਿਹੜਾ ਟਰਸਟ ਹੈਗਾ ਆ ਉਹ ਬਹੁਤਾ ਵਧੀਆ ਨਹੀਂ ਹੈਗਾ ਮਸ਼ੀਨਾਂ ਤੇ। ਲੋਕ ਆਮ ਚਾਹੁੰਦੇ ਆ ਕਿ ਮੈਨੂਅਲ ਤਰੀਕੇ ਦੇ ਨਾਲ ਮਸ਼ੀਨ ਇਹਦੇ ਵਿੱਚ ਵੋਟਾਂ ਪੈਣ। ਓਕੇ, ਅੱਛਾ, ਇੱਕ ਚੀਜ਼ ਖੋਸਲਾ ਸਾਹਿਬ ਕਾਫੀ ਜ਼ਿਆਦਾ ਚਰਚਾ 'ਚ ਰਹਿੰਦੀ ਹੈ, ਆਮ ਪਬਲਿਕ ਦੇ ਵਿੱਚ ਵੀ ਅਸੀਂ ਜਦੋਂ ਵਿਚਰਦੇ ਹਾਂ ਤਾਂ ਪਬਲਿਕ ਵੀ ਗੱਲਾਂ ਕਰਦੀ ਹੈ, ਐਕਸਪਰਟਸ ਵੀ ਰਾਏ ਦਿੰਦੇ ਨੇ, ਕਈ ਵਾਰ ਐਕਸਪਰਟਸ ਵੀ ਗੱਲਾਂ ਕਰਦੇ ਨੇ, ਕਈ ਵਾਰ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੁੰਦੀਆਂ ਨੇ ਗੱਲਾਂ, ਔਰ ਕਿਤੇ ਨਾ ਕਿਤੇ ਕਿਸੇ ਨਿਊਜ਼ਪੇਪਰ ਦੇ ਵਿੱਚ, ਆਰਟੀਕਲਸ ਦੇ ਵਿੱਚ ਜਾਂ ਕਿਸੇ ਨਿਊਜ਼ ਆਈਟਮ ਦੇ ਵਿੱਚ ਵੀ ਇਹ ਚੀਜ਼ ਦੇਖਣ ਨੂੰ ਮਿਲਦੀ ਆ ਕਿ ਇਹ ਗੱਲ ਕਹੀ ਜਾਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਡੈਮੋਕ੍ਰੇਸੀ ਦੇ ਸਾਰੇ ਸਿਸਟਮ ਨੂੰ ਹਾਈਜੈਕ ਕਰ ਲਿਆ ਹੈ ਆਪਣੇ ਫਾਇਦੇ ਦੇ ਲਈ, ਔਰ ਆਪਣੇ ਫਾਇਦੇ ਦੇ ਲਈ ਹਰ ਚੀਜ਼ ਨੂੰ, ਹਰ ਏਜੰਸੀ ਨੂੰ, ਹਰ ਡਿਪਾਰਟਮੈਂਟ ਨੂੰ, ਸਭ ਕੁਝ ਨੂੰ, ਸਾਰੇ ਸਿਸਟਮ ਨੂੰ ਆਪਣੇ ਫਾਇਦੇ ਦੇ ਲਈ ਇਸਤੇਮਾਲ ਕਰਦੇ ਨੇ। ਡੈਮੋਕ੍ਰੇਸੀ ਕਿਤੇ ਵੀ ਦਿਖਾਈ ਨਹੀਂ ਦਿੰਦੀ, ਡੈਮੋਕ੍ਰੇਸੀ ਦਾ ਮਰਡਰ ਹੋ ਚੁੱਕਾ ਹੈ। ਸੋ ਸਾਰੇ ਦਾ ਸਾਰਾ ਸਿਸਟਮ ਭਾਰਤੀ ਜਨਤਾ ਪਾਰਟੀ ਨੇ ਹਾਈਜੈਕ ਕਰ ਲਿਆ ਤਾਂ ਕਿ ਇਹ ਹਮੇਸ਼ਾ ਵਾਸਤੇ ਪਾਵਰ ਦੇ ਵਿੱਚ ਬਣੇ ਰਹਿਣ, ਸੱਤਾ ਦੇ ਵਿੱਚ ਬਣੇ ਰਹਿਣ। ਇਜ਼ ਇਟ ਟਰੂ ਜਾਂ ਇਹ ਇੱਕ ਵੈਸੇ ਪ੍ਰੋਪੇਗੰਡਾ ਹੈ ਬੀਜੇਪੀ ਦੇ ਅਗੇਂਸਟ ਲੋਕ ਕਰਦੇ ਪਏ ਨੇ ਜਾਂ ਓਪੋਜੀਸ਼ਨ ਕਰਦੀ ਪਈ ਹੈ? ਖੱਡਾ ਸਾਹਿਬ, ਪ੍ਰੋਪੇਗੰਡਾ ਨਹੀਂ ਹੁੰਦਾ। ਗੱਲ ਏਦਾਂ ਆ ਵੀ ਅੱਗ ਉੱਥੇ ਹੀ ਨਿਕਲਦੀ ਜਿੱਥੇ ਧੂੰਆਂ ਵੀ ਹੋਵੇ। ਕੁਛ ਨਾ ਕੁਛ ਤਾਂ ਇਹਦੇ ਵਿੱਚ ਹੈਗਾ ਆ। ਦੇਖੋ, ਪਹਿਲੀ ਗੱਲ, ਤੁਸੀਂ ਮੀਡੀਆ ਨਾਲ ਚੰਗੀ ਤਰ੍ਹਾਂ ਜੁੜੇ ਹੋ ਜੀ। ਅੱਜ ਮੀਡੀਆ ਦਾ, ਖਾਸ ਕਰਕੇ ਮੀਡੀਆ ਦਾ ਕੀ ਹਾਲ ਹੈ? ਖਾਸ ਕਰਕੇ ਇਸ ਮੀਡੀਆ ਦਾ ਜਿਹੜਾ ਇਲੈਕਟ੍ਰੋਨਿਕ ਮੀਡੀਆ ਦੀ ਮੈਂ ਜ਼ਿਆਦਾ ਗੱਲ ਕਰਦਾ। ਇਲੈਕਟ੍ਰੋਨਿਕ ਮੀਡੀਆ ਜਿਹੜੀ ਸਹੀ ਗੱਲ ਆ ਉਹ ਨਹੀਂ ਦੱਸ ਰਿਹਾ, ਸਹੀ ਗੱਲ ਨਹੀਂ ਦੱਸ ਰਿਹਾ, ਕਿਉਂਕਿ ਪੇਡ ਮੀਡੀਆ ਆ, ਉਹ ਖਰੀਦਿਆ ਮੀਡੀਆ ਆ। ਮੈਨੂੰ ਇਹਦੇ ਵਿੱਚ ਕੋਈ ਕਹਿਣ ਤੇ ਸੰਕੋਚ ਨਹੀਂ ਹੈਗਾ। ਦੂਜੀ ਗੱਲ, ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹਨੂੰ ਇਸ ਤਰ੍ਹਾਂ ਮੈਨੂਪਲੇਟ ਕੀਤਾ ਜਾਂਦਾ। ਸਪੋਜ਼ ਕਰੋ ਇਲੈਕਸ਼ਨਾਂ ਦੀ ਡੇਟ, ਬਾਕੀ ਤਾਂ ਗੱਲਾਂ ਛੱਡੀਏ, ਇਲੈਕਸ਼ਨਾਂ ਦੀ ਡੇਟ ਵੀ ਦੇਣੀ ਆ, ਜਿਹੜੀ ਗੌਰਮੈਂਟ ਕਹੂਗੀ ਡੇਟ, ਜਿਹੜੀ ਗੌਰਮੈਂਟ ਨੂੰ ਸੂਟ ਕਰੂਗੀ। ਜਦੋਂ ਮੋਦੀ ਸਾਹਿਬ ਜਾਂ ਸ਼ਾਹ ਜਾਂ ਹੋਰ ਦੂਜੇ ਤੀਜੇ ਜਦੋਂ ਆਪਣਾ ਸਾਰਾ ਪ੍ਰੋਗਰਾਮ ਅਨਾਉਂਸ ਕਰ ਚੁੱਕਦੇ ਆ, ਉਸ ਵੇਲੇ ਇਲੈਕਸ਼ਨ ਕਮਿਸ਼ਨ ਆਪਣੀਆਂ ਇਲੈਕਸ਼ਨਾਂ ਅਨਾਉਂਸ ਕਰਨਗੇ। ਹੁਣ ਜਿੱਦਾਂ ਮੰਨ ਲਓ ਨਾਰਥ ਈਸਟ ਦੀਆਂ ਇਲੈਕਸ਼ਨਾਂ ਹੋਈਆਂ 3 ਸਟੇਟਾਂ ਦੀਆਂ ਫਰਵਰੀ ਦੇ ਵਿੱਚ ਹੋਣੀਆਂ ਜਿਹੜੀਆਂ। ਹੁਣ ਜੇ ਤੁਸੀਂ ਆਪਾਂ ਹੋਰ ਵੀ ਕਰੀਏ ਤਾਂ ਅਪ੍ਰੈਲ ਦੇ ਵਿੱਚ ਇਲੈਕਸ਼ਨਾਂ ਡਿਊ ਸੀਗੀਆਂ ਇਹਨਾਂ ਦੀਆਂ ਕਰਨਾਟਕਾ ਦੀਆਂ, ਕਿ ਉਹ ਨਹੀਂ ਸੀ ਨਾਲ ਹੋ ਸਕਦੀਆਂ? ਕਿਉਂਕਿ ਕਰਨਾਟਕਾ ਦੇ ਵਿੱਚ ਜਿੰਨੇ ਕੰਮ ਕਰਨੇ ਹੁਣ ਸਰਕਾਰ ਨੇ ਉਹ ਸ਼ੁਰੂ ਕੀਤੇ। ਉਹ ਜਿਸ ਵੇਲੇ ਖਤਮ ਹੋ ਜਾਊਗੇ ਤਾਂ ਇਲੈਕਸ਼ਨ ਕਮਿਸ਼ਨ ਨੂੰ ਹਰੀ ਝੰਡੀ ਦੇ ਦੂਗੇ ਵੀ ਹੁਣ ਤੂੰ ਇਲੈਕਸ਼ਨਾਂ ਕਰਵਾ ਦੇ। ਸੋ ਸਾਰੀ ਚੀਜ਼ ਇਹੀ ਨਹੀਂ। ਅਗਲੀ ਗੱਲ ਜਿਹੜੀ ਇਹਦੇ ਵਿੱਚ ਹੋਰ ਵੀ ਆ, ਜਦੋਂ ਅਸੀਂ ਵਿਰੋਧ ਦੇ ਵਿੱਚ ਗੱਲ ਕਰਦੇ, ਕੋਈ ਵੀ ਕਿਸੇ ਤਰ੍ਹਾਂ ਦੀ ਵਿਰੋਧ ਦੇ ਵਿੱਚ ਗੱਲ ਕਰਦੇ, ਕੋਈ ਵੀ, ਜਾਂ ਤੁਸੀਂ ਕਰੋ, ਅਸੀਂ ਕਰੋ, ਜਾਂ ਕੋਈ ਪੋਲੀਟੀਕਲ ਪਾਰਟੀਆਂ ਕਰਨ, ਪਹਿਲੀ ਗੱਲ ਦੇ ਆਰ ਟ੍ਰੇਟਰਸ ਜੀ। ਦੂਜੀ ਗੱਲ, ਈਡੀ, CBI, ਇਨਕਮ ਟੈਕਸ, ਚਾਹੇ ਕਿਸੇ ਦੇ ਕੋਲ ਕੁਝ ਹੈਗਾ ਆ, ਚਾਹੇ ਕਿਸੇ ਦੇ ਕੋਲ ਨਹੀਂ ਹੈਗਾ ਆ। ਔਰ ਬਹੁਤ ਸਾਰੇ ਕੇਸ ਇਹੋ ਜਿਹੇ ਗਏ ਜਿਹੜੇ ਕੋਰਟਾਂ ਦੇ ਵਿੱਚੋਂ ਜਾ ਕੇ ਸ਼ਰੇਆਮ ਬਰੀ ਹੋ ਕੇ ਆ ਗਏ ਜੀ। ਉਹਦਾ ਮਤਲਬ ਇਹਦਾ ਮਤਲਬ ਸਿੱਧੇ ਤੌਰ ਤੇ ਮਤਲਬ ਇਹ ਆ ਕਿ ਸਰਕਾਰ ਚਾਹੁੰਦੀ ਆ ਕਿ ਇੱਕ ਡਿਕਟੇਟਰਸ਼ਿਪ ਇੱਥੇ ਹੋਵੇ, ਪੂਰੇ ਦੇ ਪੂਰੇ ਡਿਕਟੇਟਰਸ਼ਿਪ ਹੋਵੇ। ਔਰ ਹੋਵੇ ਵੀ ਕਿਹਦੀ? ਇੱਕ ਬੰਦੇ ਦੀ, ਮੋਦੀ ਦੀ, ਹੋਰ ਕਿਸੇ ਦੀ ਨਹੀਂ ਚਾਹੀਦੀ। ਇੱਕ ਬੰਦੇ ਦੀ ਡਿਕਟੇਟਰਸ਼ਿਪ ਚਾਹੀਦੀ ਆ, ਕਿਉਂਕਿ ਡੈਮੋਕ੍ਰੇਸੀ, ਹੁਣ ਆਪਾਂ ਪਾਰਲੀਮੈਂਟ ਦੀ ਗੱਲ ਕਰ ਰਹੇ ਹਾਂ। ਪਾਰਲੀਮੈਂਟ ਅਸੀਂ ਲੋਕਾਂ ਨੂੰ ਚੁਣ ਕੇ ਭੇਜਦੇ ਹਾਂ। ਤੁਸੀਂ ਵੀ ਵੋਟ ਦਿੱਤਾ ਹੋਊਗਾ, ਮੈਂ ਵੀ ਵੋਟ ਦਿੱਤਾ ਹੋਊਗਾ। ਆਪਾਂ ਦੇਖੀਏ ਉੱਥੇ ਵੋਟਾਂ ਸਾਡੀਆਂ ਦੀ ਕੀਮਤ ਕੀ ਆ। ਜਦ ਪਾਰਲੀਮੈਂਟ ਦੇ ਵਿੱਚ ਬਹਿਸ ਕਰਨ ਲਈ 1 ਮਿੰਟ ਨਹੀਂ ਦਿੰਦੇ ਹੈਗੇ। ਅਸੀਂ ਦੇਖੇ ਆ, 1 ਮਿੰਟ ਪਾਸਿੰਗ ਰੈਫਰੈਂਸ ਦੇ ਕੇ ਦੇਖਾਂ, ਆਪਣੇ ਕੋਲ ਫਾਰਮੂਲਾਜ਼ ਆਏ ਸੀਗੇ, ਤਿੰਨ ਫਾਰਮੂਲਾਜ਼ ਆਏ ਸੀਗੇ, ਜਿਹਨੂੰ ਬਹੁਤ ਵਾਰੀ ਲੋਕਾਂ ਨੇ ਕਾਲੇ ਕਾਨੂੰਨ ਦੱਸ ਦਿੱਤਾ। ਕਾਲੇ ਕਾਨੂੰਨ ਸੀਗੇ ਉਹ, ਔਰ 1 ਸਾਲ ਚੱਲਦਾ ਰਿਹਾ, ਐਜੀਟੇਸ਼ਨ ਚੱਲਦਾ ਰਿਹਾ। ਕਿਸੇ ਨੇ ਪਾਰਲੀਮੈਂਟ ਦੇ ਵਿੱਚ ਗੱਲ ਨਹੀਂ ਕੀਤੀ, ਪਾਸ ਹੋ ਗਏ। ਜਿਸ ਵੇਲੇ ਵਿਦਡਰਾ ਕੀਤੇ ਆ ਤਾਂ ਮੋਦੀ ਸਾਹਿਬ ਨੇ ਇੱਕ ਅਨਾਉਂਸਮੈਂਟ ਕਰਕੇ ਵਿਦਡਰਾ ਕਰ ਲਿਆ। ਤੁਸੀਂ ਇਹ ਦੇਖੋ ਵੀ ਉਹਨੂੰ ਡਿਸਕਸ਼ਨ ਕਰੋ, ਉਹਦੇ ਤੇ ਮੈਰਿਟ ਡੀਮੈਰਿਟ ਬਣਾਓ। ਜੇ ਤੁਸੀਂ ਕਾਨੂੰਨ ਬਣਾਏ ਆ, ਮੈਰਿਟ ਡੀਮੈਰਿਟ ਬਣਾਓ। ਮੈਰਿਟ ਡੀਮੈਰਿਟ ਕਰਕੇ ਤੁਸੀਂ ਆਪੋਜੀਸ਼ਨ ਪਾਰਟੀ ਦੀ ਵੀ ਸੁਣੋ ਗੱਲ ਵੀ ਇਹ ਠੀਕ ਹੈ ਕਿ ਗਲਤ ਆ। ਮੈਜੋਰਟੇਰੀਅਨ ਰੂਲ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਭ ਕੁਝ ਇੱਕੋ ਵਾਰੀ ਅਸੀਂ ਆਪੇ ਜੋ ਕਰਨਾ ਕਰੀ ਜਾਈਏ।
ਸੋ ਇਸ ਕਰਕੇ ਇਹ ਡੈਫੀਨੇਟਲੀ ਦਿਸ ਇਜ਼ ਅਗੇਂਸਟ ਦ ਗਵਰਨਮੈਂਟ। ਇੱਕ ਤੁਸੀਂ ਇਹ ਵੋਟਾਂ ਦੀ ਕੀਮਤ ਦੀ ਗੱਲ ਕੀਤੀ ਹੈ। ਕਈ ਵਾਰ ਅਸੀਂ ਦੇਖਦੇ ਹਾਂ ਕਿ ਇੱਕ ਪਾਰਟੀ ਦਾ ਕੋਈ ਨੁਮਾਇੰਦਾ ਜਿੱਤਿਆ ਹੈ, ਉਹ ਵਿਧਾਇਕ ਬਣਿਆ ਹੈ, ਤਾਂ ਫਿਰ ਦੂਜੀ ਪਾਰਟੀ ਉਹਨੂੰ ਤੋੜ ਕੇ ਆਪਣੇ ਵੱਲ ਲੈ ਗਈ ਅਤੇ ਉਹ ਦੂਸਰੀ ਪਾਰਟੀ ਨੂੰ ਉਹਨੇ ਜੁਆਇਨ ਕਰ ਗਿਆ, ਅਤੇ ਅਸੀਂ ਤਾਂ ਕਹਿ ਦਿੱਤਾ ਆਇਆ ਰਾਮ ਗਿਆ ਰਾਮ ਕਰਕੇ ਗੱਲ ਪਰੇ ਕਰ ਦਿੱਤੀ, ਗੱਲ ਭੁੱਲ ਗਏ। ਪਰ ਅਸਲ 'ਚ ਦੇਖਿਆ ਜਾਵੇ ਤਾਂ ਡੈਮੋਕ੍ਰੇਸੀ ਦੀ ਕੀ ਕੀਮਤ ਰਹਿ ਗਈ, ਵੋਟਾਂ ਦੀ ਕੀ ਕੀਮਤ ਰਹਿ ਗਈ। ਜਿੱਤਿਆ ਤਾਂ ਉਹ ਕਿਸੇ ਪਾਰਟੀ ਦੇ ਨਾਂ ਦੇ ਉੱਤੇ ਹੈ, ਵਿਧਾਇਕ ਤਾਂ ਉਹ ਕਿਸੇ ਇਲਾਕੇ ਦਾ ਬਣਿਆ, ਲੋਕਾਂ ਨੇ ਉਹਨੂੰ ਵੋਟ ਦਿੱਤੀ ਅਤੇ ਉਹ ਉਸ ਪਾਰਟੀ ਨੂੰ ਛੱਡ ਕੇ ਦੂਜੇ ਪਾਸੇ ਜਾ ਜੁੜਿਆ। ਜਿੱਤਿਆ ਉਹ ਹੋਇਆ ਅਤੇ ਜੁਆਇਨ ਦੂਜੀ ਪਾਰਟੀ ਕਰ ਗਿਆ, ਅਤੇ ਫਿਰ ਵੋਟਾਂ ਦੀ ਕੀ ਕੀਮਤ ਰਹਿ ਗਈ ਔਰ ਡੈਮੋਕ੍ਰੇਸੀ ਦੀ ਕੀ ਕੀਮਤ ਰਹਿ ਗਈ। ਇਹਨੂੰ ਆਪਾਂ ਹਾਰਸ ਟ੍ਰੇਡਿੰਗ ਕਹਿ ਦਿੰਦੇ ਹਾਂ। ਸੋ ਇਹ ਵੀ ਗੱਲ ਕਹਿ ਕੇ ਅਸੀਂ ਗੱਲ ਛੱਡ ਦਿੰਦੇ ਹਾਂ, ਆਇਆ ਗਿਆ ਰਾਮ ਅਤੇ ਹਾਰਸ ਟ੍ਰੇਡਿੰਗ। ਚਲੋ ਇਹ ਵੀ ਗੱਲ ਗਈ, ਪਰ ਡੈਮੋਕ੍ਰੇਸੀ ਕਿੱਥੇ ਖੜੀ ਹੈ, ਇਹਦੇ ਉੱਤੇ ਫਿਰ ਸਵਾਲੀਆ ਚਿੰਨ੍ਹ ਲੱਗ ਜਾਂਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਔਰ ਆਈ ਹੋਪ ਕਿ ਜੋ ਤੁਸੀਂ ਸਾਰੀਆਂ ਡਿਸਕਸ਼ਨਸ ਕੀਤੀਆਂ ਨੇ, ਸਾਰੇ ਪੁਆਇੰਟਸ ਰੱਖੇ ਨੇ। ਸਨ 2024 ਦੀਆਂ ਜਿਹੜੀਆਂ ਇਲੈਕਸ਼ਨਸ ਨੇ ਉਹ ਕਾਫੀ ਟਫ ਹੋਣ ਵਾਲੀਆਂ ਨੇ ਔਰ ਬੀਜੇਪੀ ਵਾਸਤੇ ਵੀ ਕਿੰਨਾ ਆਸਾਨ ਨਹੀਂ ਹੋਏਗਾ ਕਿ ਇਹਨਾਂ ਇਲੈਕਸ਼ਨਸ ਨੂੰ ਜਿੱਤਣਾ, ਕਿਉਂਕਿ ਲੋਕ ਜਾਗਰੂਕ ਨੇ ਔਰ ਕੁਝ ਪੁਆਇੰਟਸ ਐਸੇ ਨੇ ਜਿਨ੍ਹਾਂ ਦੇ ਉੱਤੇ ਉਹ ਸਵਾਲਾਂ ਦੇ ਜਵਾਬ ਮੰਗਦੇ ਨੇ ਔਰ ਬੀਜੇਪੀ ਵੱਲੋਂ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਜ਼ਰੂਰੀ ਬਣਦੇ ਨੇ। ਬਿਕੋਜ਼ ਡੈਮੋਕ੍ਰੇਸੀ ਹੈ, ਪਬਲਿਕ ਡਿਮਾਂਡ ਕਰਦੀ ਹੈ ਆਪਣੇ ਸਵਾਲਾਂ ਦੇ ਜਵਾਬਾਂ ਦੀ, ਅਤੇ ਉਹ ਡਿਮਾਂਡ ਪੂਰੀ ਕਰਨੀ ਚਾਹੀਦੀ ਹੈ ਤਾਂ ਕਿ ਪਬਲਿਕ ਸੈਟਿਸਫਾਈ ਹੋਵੇ। ਭਾਵੇਂ ਆਉਣ ਵਾਲੀਆਂ 2024 ਦੇ ਵਿੱਚ ਇਲੈਕਸ਼ਨ ਬੀਜੇਪੀ ਜਿੱਤ ਜਵੇ, ਨੋ ਮੈਟਰ, ਪਰ ਇਸ ਵੇਲੇ ਸਵਾਲ ਇਹ ਆ ਆਪੋਜੀਸ਼ਨ ਦਾ। there is a greater need to bring the unity of the opposition parties। ਜੇ ਆਪੋਜੀਸ਼ਨ ਪਾਰਟੀਆਂ ਹਾਲਾਂਕਿ ਇਹ ਆਪਣੀ ਆਪਣੀ ਡਫਰੀ ਬਜਾਈ ਜਾਂਦੀਆਂ, ਡਿਫਰੈਂਟ ਲੋਕ ਇਹ ਵੀ ਚਾਹੁੰਦੇ, ਇਹ ਵੀ ਕਰਦੇ, ਇਹ ਵੀ ਆ ਸਟੇਟਾਂ ਦੇ ਵਿੱਚ ਆ, ਕਿਉਂਕਿ ਸਾਡੇ ਸਟੇਟਸ ਰਾਈਟਸ ਜਿਹੜੇ ਆ ਉਹ ਵੀ ਖਤਮ ਹੋ ਚੁੱਕੇ ਆ। ਸੋ ਜੇ ਆਪੋਜੀਸ਼ਨ ਪਾਰਟੀ ਆਪਣਾ ਸਭ ਕੁਝ ਛੱਡ ਕੇ, ਜੇ ਮੈਂ ਆਪਣੀ ਹਿਸਾਬ ਦੇ ਨਾਲ ਗੱਲ ਕਰ ਰਿਹਾ ਹਾਂ, ਆਪੋਜੀਸ਼ਨ ਪਾਰਟੀਆਂ ਆਪਣੇ ਛੱਡ ਕੇ ਆਪਣੇ ਜਿਹੜੇ ਸਵਾਰਥ ਹੈਗੇ, ਸਵਾਰਥ ਮੇਰਾ ਸਟੇਟ ਦਾ ਹੈਗਾ ਆ, ਮੇਰਾ ਇਸ਼ੂ ਦਾ ਹੈਗਾ, ਇੱਕ ਇਸ਼ੂ ਤੇ ਆ ਕੇ ਕਿ ਅਸੀਂ ਕਨਸਟੀਟਿਊਸ਼ਨ ਨੂੰ ਬਚਾਉਣਾ ਆ, ਹਿੰਦੁਸਤਾਨ ਦੇ ਕਨਸਟੀਟਿਊਸ਼ਨ ਨੂੰ ਬਚਾਉਣਾ ਆ ਤਾਂ ਡੈਮੋਕ੍ਰੇਸੀ ਬਚਣੀ ਆ। ਜੇ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਨੂੰ ਚੀਰ ਫਾੜ ਕਰਕੇ ਇਸੇ ਤਰ੍ਹਾਂ ਕਰਨਾ ਤਾਂ ਡੈਮੋਕ੍ਰੇਸੀ ਨਹੀਂ ਬਚਣੀ, ਤਾਂ ਬੀਜੇਪੀ ਰੂਲ ਆਉਣਾ ਹੀ ਆਉਣਾ ਹੈ, ਕੰਮ ਬਟ ਮੇ। ओके, मतलब संविधान के मुताबिक ही सब कुछ होना चाहिए। जो बाबा साहब भीमराव अंबेडकर साहब ने संविधान बनाया है ਉਹਦੇ ਮੁਤਾबिक ही सानू चलना चाहिए, क्योंकि संविधान सब तो उत्ते है, किसी भी देश का संविधान सब तो उत्ते होता है। बिल्कुल सुप्रीम डॉक्यूमेंट है साडा, सुप्रीम एंड सैक्रेड डॉक्यूमेंट है जी। तो ਉਹਦੀ ਸਾਰਿਆਂ ਨੂੰ ਰਿਸਪੈਕਟ ਕਰਨੀ ਚਾਹੀਦੀ ਹੈ, ਚਾਹੇ ਆਪੋਜੀਸ਼ਨ ਹੈ, ਚਾਹੇ ਰੂਲਿੰਗ ਪਾਰਟੀ ਹੈ, ਚਾਹੇ ਅਸੀਂ ਆਮ ਲੋਕ ਆ। ਜੇ ਅਸੀਂ ਆਪਣੇ ਆਪ ਹੀ ਲੜੀ ਗਏ, ਤੇਰਾ ਲਈ ਆਹ ਨਹੀਂ ਹੋਇਆ, ਤੈਨੂੰ ਪੈਸੇ ਨਹੀਂ ਮਿਲੇ ਹੈਗੇ, ਇਸ ਸਟੇਟ ਨੂੰ ਇੰਨਾ ਦੇ ਦਿੱਤਾ, ਉੱਥੇ ਕਮਿਊਨਲ ਦੰਗੇ ਤੂੰ ਕਰਾਏ ਆ, ਇਹ ਕਰਾਏ ਆ, ਇਸ ਤਰ੍ਹਾਂ ਦੀਆਂ ਗੱਲਾਂ ਜੇ ਅਸੀਂ ਕਰਾਂਗੇ ਤਾਂ ਸ਼ਾਇਦ ਅਸੀਂ ਨਾ ਸਕਸੈਸ ਹੋਵਾਂਗੇ। ਜੇ ਅਸੀਂ ਇੱਕ ਪੁਆਇੰਟ ਰੱਖ ਲਈਏ ਕਿ ਕਨਸਟੀਟਿਊਸ਼ਨ ਸਾਡਾ ਸੁਪਰੀਮ ਆ, ਇਟ ਇਜ਼ ਆਵਰ ਸੈਕਰਡ ਡਿਊਟੀ ਟੂ ਪ੍ਰੋਟੈਕਟ ਐਂਡ ਪ੍ਰੀਜ਼ਰਵ ਦਾ ਕਨਸਟੀਟਿਊਸ਼ਨ, ਫਿਰ ਅਸੀਂ ਜਿੱਤ ਸਕਦੇ। बहुत बहुत शुक्रिया खोसला साहब, बहुत एनलाइटन किया तुसीं सानू सारिਆਂ ਨੂੰ, ਸਾਡੇ ਦਰਸ਼ਕਾਂ ਨੂੰ, ਸਾਨੂੰ ਸਾਰਿਆਂ ਨੂੰ बहुत बहुत शुक्रिया। थैंक यू सो मच खोसला साहब। थैंक यू जी खन्ना साहब, थैंक यू वेरी मच। सो ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਇਸ ਸਬਜੈਕਟ ਦੇ ਉੱਤੇ, ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।